ਜਦੋਂ ਵੱਡੇ ਹੁੰਦੇ ਹੋ ਤੁਸੀਂ ਇੱਕਦਮ ਗ੍ਰੈਜੂਏਟ ਨਹੀਂ ਹੋ ਜਾਂਦੇ ਹੋ, ਤੁਸੀਂ ਸਲੋਲੀ ਐਂਡ ਗ੍ਰੈਜੂਅਲੀ ਤੁਸੀਂ 5ਵੀਂ ਕਰਦੇ ਹੋ, 6ਵੀਂ ਕਰਦੇ ਹੋ, 10ਵੀਂ ਕਰਦੇ ਹੋ, 12ਵੀਂ ਕਰਦੇ ਹੋ ਗ੍ਰੈਜੂਏਸ਼ਨ। ਤੇ ਡੋਂਟ ਇਮੈਜਿਨ ਕਿ ਤੁਸੀਂ ਜੰਮਦਾ ਹੀ ਹੀਰੋ ਬਣ ਜਾਓਗੇ। ਇੱਕ ਕਿਰਦਾਰ ਕਰੋ, ਜੇ ਤੁਹਾਡਾ ਕੰਮ ਚੰਗਾ ਹੈ ਤਾਂ ਤੁਹਾਨੂੰ ਇੱਕ ਸਟੈਂਪ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ। ਗੋਇੰਗ ਔਨ ਅ ਸਟਰੀਟ ਤੇ ਮੈਨੂੰ ਮੇਰੇ ਸਾਹਮਣੇ ਬੜਾ ਫਿਲਮੀ ਹੈ ਸੀ, ਤੇ ਗੱਡੀ ਆ ਕੇ ਰੁਕੀ, ਉਸ ਤੋਂ ਗੱਡੀ 'ਚੋਂ ਬੰਦੇ ਨਿਕਲੇ ਦੋ, कहते जी आप एक्टिंग कर लोगे? मैं कहा हाँ जी कर लेंगे जी। तो कल कहते सुबह सुबह यहाँ पे आ जाना 7 बजे DLF सिटी सेंटर नवा बनया सी उतों नहीं इत्थे चंडीगढ़ DLF सिटी सेंटर ललित दे ऑपोजिट जिहड़ा वो हैगा इंडस्ट्रियल एरिया। ते मैं पहुँच गया सिर्फ 7 बजे, वो है ही कोई नहीं उत्थे। मैं 2-4-5 घंटे वेट करी है, मैं कह रहा था पागल बना गया मेरा। फिर मैंने फोन आता है, हाँ जी आप आए नहीं? मैं कहा जी मैं तो सुबह 7 बजे आ गया सी। अच्छा कहते कल आपका शूट शुरू है। तो मैं कहा जी आज तो नहीं कहते कल ये आपकी टेस्टिंग हो रही थी, तो कल सुबह 6 बजे पहुंच जाना। मैं कहा ठीक है, वाकई बहुत फिल्मी। हाँ तो मैं सवेरे 6 बजे पहुंच गया उत्थे। ते उत्थे पहुंचिया ते उत्थे गड्डियां वैनिटीज़ पहली बार देखियां सी, कदी फिल्मां 'च देखिया होंदा सीन, कदी देखिया नहीं सी। ते उत्थे मैं रूबरू होया सुखशिंदर शिंदा जी दे नाल। मैं कहा बड़े ਵੱਡੇ ਸਿੰਗਰ ਹੈਗੇ। ਤੇ ਮੈਂ ਜਦੋਂ ਇੰਟਰੈਕਸ਼ਨ ਹੋਇਆ ਤੇ ਉੱਥੇ ਜਾ ਕੇ ਪਤਾ ਚੱਲਿਆ ਕਿ ਆਈ ਐਮ ਡੂਇੰਗ ਅ ਮਿਊਜ਼ਿਕ ਵੀਡੀਓ ਵਿਦ ਸੁਖਸ਼ਿੰਦਰ ਸ਼ਿੰਦਾ, ਔਰ ਜਿਨ੍ਹਾਂ ਨੇ ਸਾਰਾ ਕੁਝ ਸ਼ੁਰੂ ਕੀਤਾ ਸੀਗਾ ਹਿਸ ਨੇਮ ਇਜ਼ ਜਗਮੀਤ ਬਲ, ਦੀ ਡਾਇਰੈਕਟਰ ਆਫ ਦੈਟ ਸੌਂਗ। ਤੇ ਮਤਲਬ ਉਹ ਟਟੋਲ ਰਹੇ ਸੀ ਵੀ ਯਾਰ ਵਾਕਈ ਹੈ ਵੀ ਐਦਾਂ ਤੇ ਨਹੀਂ ਕਿਤੇ ਕਰਦਾ। ਤੇ ਉਹ ਪਹਿਲੀ ਵਾਰ ਇਹ ਗੱਲ ਸ਼ਾਇਦ ਮੈਂ ਕਿਸੇ ਵੀ ਇੰਟਰਵਿਊ 'ਚ ਨਹੀਂ ਕਹੀ ਹੈ, ਲਾਈਫ ਦੇ ਵਿੱਚ ਮੈਂ ਪਹਿਲੀ ਵਾਰ ਟੋਪੀ ਪਾਈ ਸੀਗੀ। ਔਰ ਉਹ ਟੋਪੀ ਪਾਉਣ ਦਾ ਰੀਜ਼ਨ ਹੀ ਇਹ ਸੀਗਾ ਕਿ ਉਹਦਾ ਗਾਣੇ ਦਾ ਕਨਸੈਪਟ ਸੀਗਾ, ਗਾਣੇ ਦੀ ਓਪਨਿੰਗ ਮੇਰੇ ਤੋਂ ਹੁੰਦੀ ਹੈ ਤੇ ਉਹ ਕਨਸੈਪਟ ਹੀ ਐਵੇਂ ਦਾ ਸੀ ਕਿ ਮੁੰਡਾ ਟੋਪੀ ਪਾਉਂਦਾ ਹੈ ਤੇ ਪੱਗ ਆਪਣੇ ਸਿਰ ਤੇ ਉਹ ਕਰਦਾ, ਰਿਵੀਲ ਕਰਦਾ। ਉਹ ਗਾਣੇ ਦੀ ਓਪਨਿੰਗ ਹੁੰਦੀ ਹੈ। ਉਹ ਗਾਣੇ ਦਾ ਨਾਂ ਸੀ ਸੌਖੀ ਨਹੀਂ ਮਿਲਦੀ ਹੈ ਪਗੜੀ ਸਰਦਾਰਾ। ਉਹ ਪੱਗ ਤੋਂ ਫਰੇਮ ਖੁੱਲਦਾ। ਉਹ ਗਾਣਾ ਇੰਨਾ ਚੱਲਿਆ ਕਿ ਮਤਲਬ ਆਈ ਕੈਨੋਟ ਐਕਸਪ੍ਰੈਸ। ਇਟਸ ਵੈਰੀ ਕਨਫਿਊਜ਼ਿੰਗ ਕਿ ਯਾਰ ਕਿੱਥੇ ਕਮੀ ਰਹਿ ਗਈ, ਕਿਉਂ ਨਹੀਂ ਮਿਲ ਰਿਹਾ ਕੰਮ, ਰੋਲ ਕਿਉਂ ਨਹੀਂ ਮਿਲ ਰਿਹਾ। ਮਤਲਬ ਪਹਿਲਾਂ ਤਾਂ ਬੜਾ ਵਧੀਆ ਮਿਲ ਗਿਆ, ਅੱਗੋਂ ਕਿਉਂ ਨਹੀਂ ਮਿਲ ਰਿਹਾ। ਤੇ ਉਹ ਜਿਹੜੀ 2-3 ਸਾਲਾਂ ਦੀ ਚੰਡੀਗੜ੍ਹ ਦੇ ਵਿੱਚ ਸਟਰਗਲ ਸੀਗੀ, ਉਹ ਬੜੀ ਨਾ ਮਤਲਬ ਕੁਐਸਚਨ ਮਾਰਕ ਵਾਲੀ ਸਟਰਗਲ ਸੀ ਯਾਰ ਵੀ ਦਿੱਕਤ ਕਮੀ ਕਿੱਥੇ ਹੈ। ਮੈਨੂੰ ਕੰਮ ਨਹੀਂ ਆਉਂਦਾ, ਮੈਨੂੰ ਕੰਮ ਮਿਲ ਨਹੀਂ ਰਿਹਾ, ਕਿਉਂ, ਵਾਟ ਇਜ਼ ਦਾ ਰੀਜ਼ਨ। ਮਤਲਬ ਕਿਤੇ ਵੀ ਕੋਈ ਆਡੀਸ਼ਨ ਹੁੰਦਾ ਸੀ, ਅੰਮ੍ਰਿਤਸਰ ਹੋ ਗਿਆ, ਲੁਧਿਆਣੇ, ਮੈਂ 2013 ਦੇ ਵਿੱਚ ਬੰਬੇ ਆਪਣੀ ਜੇਬ ਤੋਂ ਪੈਸਾ ਖਰਚ ਕੇ ਆਡੀਸ਼ਨ ਦੇਣ ਗਿਆ ਸੀ। 25,000 ਰੁਪਇਆ ਖਰਚਤਾ ਆਡੀਸ਼ਨ ਪਿੱਛੇ। ਮੈਂ ਕਿਹਾ ਕਿਤੇ ਹੋਈ ਸਿਲੈਕਸ਼ਨ। बॉस ने एक बार कहता, कहते जी आपकी 12,000 रुपये सैलरी है ना, और रखा आपने बुलेट हुआ है, ऐसे नहीं चलेगा जी, ऐसे तो आपके भांडे बिक जाएंगे। तो मेरे को देखो, कहते मैं मैनेजर हूँ, मैं स्प्लेंडर पे आता हूँ। तो मैं कहा सर गल है टॉर ना दी कोई चीज़ होंगी है। हो चारे पासे रौनक लगियां देख रकाने, विच खुशी दे नचदे टपदे की चाचे की मामे। हो विच खुशी दे नचदे टपदे की चाचे की मामे। हो यारा बेलियां ने देख पाया अज गाए, नच लो जी सारे, हो नच लो जी सारे, थोड़े वीरे दा विआह है, नच लो जी सारे, थोड़ी भाभी दा विआह है। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਆਕਾਂਕਸ਼ਾ ਸੋਢੀ ਤੇ ਅੱਜ ਨਾ ਮੈਂ ਤੁਹਾਨੂੰ ਬੜੇ ਹੀ ਇੱਕ ਮਸਤ ਮੌਲੇ ਬੰਦੇ ਨਾਲ ਮਿਲਾਣਾ। ਵੈਸੇ ਨਾ ਇਹ ਜ਼ਿੰਦਗੀ ਜਿਹੜੀ ਹੈ ਅਗਰ ਆਪਾਂ ਥੋੜਾ ਚਿੱਲ ਕਰਕੇ ਫਨ ਕਰਕੇ ਕੱਟੀਏ ਤੇ ਜ਼ਿਆਦਾ ਟੈਨਸ਼ਨਾਂ ਨਾ ਲਈਏ ਤਾਂ ਮੈਨੂੰ ਲੱਗਦਾ ਜ਼ਿੰਦਗੀ ਜ਼ਿਆਦਾ ਹਸੀਨ ਕੱਟਦੀ ਹੈ, ਜ਼ਿਆਦਾ ਵਧੀਆ ਕੱਟਦੀ ਹੈ। ਔਰ ਮੇਰੀ ਜਿਹੜੀ ਆ ਸੋਚ ਹੈ, ਇੱਦਾਂ ਦੀ ਸੋਚ ਦੇ ਉਹ ਵੀ ਮਾਲਿਕ ਨੇ ਜਿਨ੍ਹਾਂ ਨਾਲ ਅੱਜ ਮੈਂ ਤੁਹਾਨੂੰ ਮਿਲਾਣਾ। ਬੜੇ ਹੀ ਪੈਪੀ ਜਿਹਾ ਸੁਭਾਅ ਹੈ, ਚਿੱਲ ਜਿਹਾ ਸੁਭਾਅ ਹੈ। ਉਹਨਾਂ ਨੂੰ ਮਿਲ ਕੇ ਇੱਦਾਂ ਲੱਗਦਾ ਹੈ ਕਿ ਬੰਦਾ ਨਾ ਕੋਈ ਮਤਲਬ
ਕੋਈ ਕਾਮੇਡੀ ਸ਼ੋਅ ਚ ਆ ਗਿਆ, ਹੱਸਦੇ ਰਹੋ, ਉਹ ਵੀ ਹਸਾਉਂਦੇ ਰਹਿੰਦੇ ਨੇ, ਖੁਸ਼ ਮਿਜਾਜਾ ਸੁਭਾਅ ਆ ਉਹਨਾਂ ਦਾ। ਲੇਕਿਨ ਜਦੋਂ ਗੱਲ ਆਉਂਦੀ ਹੈ ਪ੍ਰੋਫੈਸ਼ਨਲਿਜ਼ਮ ਦੀ, ਜਦੋਂ ਗੱਲ ਆਉਂਦੀ ਹੈ ਐਕਟਿੰਗ ਦੀ, ਤਾਂ ਬਹੁਤ ਸੰਜੀਦਾ ਵੀ ਹੋ ਜਾਂਦੇ ਨੇ। ਜਦੋਂ ਆਪਣਾ ਕਿਰਦਾਰ ਨਿਭਾਉਣ ਦੀ ਵਾਰੀ ਆਉਂਦੀ ਹੈ, ਜਦੋਂ ਡਾਇਰੈਕਟਰ ਬੋਲਦਾ ਹੈ ਰੋਲ ਕੈਮਰਾ ਐਕਸ਼ਨ, ਤਾਂ ਉਹਨਾਂ ਦਾ ਐਕਸ਼ਨ ਜਿਹੜਾ ਫਿਰ ਜ਼ਬਰਦਸਤੀ ਹੁੰਦਾ। ਸੋ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਸਿਨੇਮਾ ਨੇ ਜਿਹੜੇ ਕਿ ਹੁਣ ਬਾਲੀਵੁੱਡ ਦੇ ਵਿੱਚ ਵੀ ਪਹੁੰਚ ਗਏ ਨੇ। ਹੀਰੋਪੰਤੀ ਜਿਹੜੀ ਕਿ ਬਹੁਤ ਹੀ ਦਰਸ਼ਕਾਂ ਨੇ ਪਸੰਦ ਕੀਤੀ ਸੀਗੀ, ਟਾਈਗਰ ਸ਼ਰੋਫ ਦੀ ਫਿਲਮ ਸੀ। ਹੀਰੋਪੰਤੀ 2 ਦੇ ਵਿੱਚ ਵੀ ਉਹ ਨਜ਼ਰ ਆਉਣਗੇ। ਪੰਜਾਬੀ ਸਿਨੇਮਾ, ਪੰਜਾਬੀ ਸੀਰੀਅਲਸ ਦੇ ਵਿੱਚ ਤੁਸੀਂ ਉਹਨਾਂ ਨੂੰ ਬੜਾ ਪਿਆਰ ਦਿੱਤਾ। ਮੈਂ ਗੱਲ ਕਰ ਰਹੀ ਹਾਂ ਕਵਲਪ੍ਰੀਤ ਸਿੰਘ ਜੀ ਦੀ। ਕਮਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਹੋ? ਵੈਰੀ ਗੁੱਡ ਜੀ। ਤੁਸੀਂ ਕਿਵੇਂ ਹੋ? ਠੀਕ ਠਾਕ? ਮੈਂ ਵੀ ਵਧੀਆ। ਤੁਹਾਨੂੰ ਮਿਲ ਕੇ ਤੇ ਅੱਜ ਸਵੇਰ ਤੋਂ ਅਸੀਂ ਜ਼ਿਆਦਾ ਵਧੀਆ ਹੋ ਗਏ ਹਾਂ। ਮਤਲਬ ਇੰਨਾ ਤੁਹਾਡਾ ਰੌਣਕੀ ਜਿਹਾ ਸੁਭਾਅ ਹੈ। ਤੇ ਮੁੰਡੇ ਨੂੰ ਜੀ ਤੁਹਾਡੇ ਕੱਢ ਦਈਏ ਫਿਰ, ਆਹ ਰਾਜ਼ ਖੋਲ ਦਈਏ ਕਿ ਕੁੜੀਆਂ ਦੀ ਫੈਨ ਫੋਲੋਇੰਗ ਏਦਾਂ ਜਿਹੜੇ ਰਾਜ਼ ਹੁੰਦੇ ਆ ਨਾ, ਉਹ ਹੁੰਦੇ ਹੀ ਕੱਢਣ ਲਈ ਆ। ਰਾਜ਼ ਨੂੰ ਜ਼ਿਆਦਾ ਛੁਪਾਈ ਜੋ ਰਾਜ਼ ਵਿਚਾਰੇ ਤੰਗ ਹੋ ਜਾਂਦੇ ਕਿ ਮੈਨੂੰ ਹੋਰ ਨਾ ਛੁਪਾਓ ਯਾਰ। ਸੋ ਜਿਹੜੀਆਂ ਕੁੜੀਆਂ ਨੇ ਦੇਖ ਲਿਆ ਸੋਹਣਾ ਸੁਨੱਖਾ ਮੁੰਡਾ, ਗੋਰਾ ਚਿੱਟਾ ਹੈ ਨਾ, ਸੋਹਣੀ ਇੰਨੀ ਸੋਹਣੀ ਪੱਗ ਬੰਨੀ ਹੈ, ਕੁੜੀਓ ਦਿਲ ਹਾਰਨ ਦੀ ਲੋੜ ਨਹੀਂ ਹੈ। ਕਮੈਂਟਾਂ 'ਚ ਇਹਨਾਂ ਦਾ ਨੰਬਰ ਮੰਗਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਕਰਨ ਦੀ ਲੋੜ ਨਹੀਂ ਹੈ। ਇਹ ਆਲਰੇਡੀ ਟੇਕਨ ਨੇ ਜੀ, ਵਿਆਹ ਹੋ ਗਿਆ ਮੁੰਡੇ ਦਾ ਮਹੀਨਾ ਪਹਿਲਾਂ। ਹਾਂ, ਮੁਬਾਰਕਾਂ ਦੇ ਦਿਓ, ਬਹੁਤ ਸੋਹਣੀ ਘਰ ਵਾਲੀ ਮਿਲੀ ਹੈ ਇਹਨਾਂ ਨੂੰ। ਥੈਂਕ ਯੂ ਜੀ, ਥੈਂਕ ਯੂ। ਤੇ ਉਹਨਾਂ ਨਾਲ ਵੀ ਜਲਦੀ ਤੁਹਾਨੂੰ ਰੂਬਰੂ ਕਰਾਵਾਂਗੇ। ਵੈਲੈਂਟਾਈਨਸ ਤੇ ਵੈਸੇ ਮੈਂ ਇਹਨਾਂ ਤੋਂ ਵਾਅਦਾ ਲੈ ਲਿਆ ਕਿ ਵੈਲੈਂਟਾਈਨਸ ਤੇ ਇਹਨਾਂ ਤੇ ਭਰਜਾਈ ਜੀ ਦਾ ਅਸੀਂ ਇਕੱਠਿਆਂ ਦਾ ਇੱਕ ਪ੍ਰੋਗਰਾਮ ਤੁਹਾਡੇ ਅੱਗੇ ਪੇਸ਼ ਕਰਾਂਗੇ ਤੇ ਇਹਨਾਂ ਦੀ ਲਵ ਸਟੋਰੀ ਉਦੋਂ ਜਾਣਾਂਗੇ। ਡੈਫੀਨਿਟਲੀ, ਬਿਲਕੁਲ ਜੀ। ਮੈਂ ਅੱਜ ਤੋਂ ਹੀ ਤਿਆਰੀ ਸ਼ੁਰੂ ਕਰ ਲੈਂਦਾ ਕਿ ਵੈਲੈਂਟਾਈਨ ਤੇ ਮੇਰੀ ਇੱਕ ਬੜੀ ਵਧੀਆ ਜੀ ਪਲਾਨਡ ਇੰਟਰਵਿਊ ਹੋਣ ਵਾਲੀ ਹੈ। ਸੋ ਮੈਨੂੰ ਕੁਐਸਚਨ ਤੁਸੀਂ ਅੱਜ ਹੀ ਦੱਸ ਦੇਣਾ ਤਾਂ ਕਿ ਮੈਂ ਥੋੜਾ ਹੋਮਵਰਕ ਕਰਕੇ ਸਹੀ ਤਰੀਕੇ ਨਾਲ ਜਵਾਬ ਦੇ ਸਕਾਂ। ਅੱਛਾ, ਵੈਸੇ ਕਈ ਵਾਰੀ ਕੀ ਹੁੰਦਾ ਹੈ ਕਪਲਸ ਤੋਂ ਇੰਟਰਵਿਊ ਕਰਦੇ ਨਾ ਤਾਂ ਲਵ ਸਟੋਰੀ ਦੇ ਵਿੱਚ ਜਿਵੇਂ ਬਹੁਤ ਵਾਰੀ ਇਦਾਂ ਹੋਇਆ, ਦਰਸ਼ਕ ਵੀ ਅਗਰੀ ਕਰਨਗੇ ਕਿ ਅਸੀਂ ਕੋਈ ਵਲੌਗ ਵੀ ਦੇਖਦੇ ਆ ਤਾਂ ਕਪਲਸ ਆਪਣੀ ਲਵ ਸਟੋਰੀ ਰਿਵੀਲ ਕਰ ਰਹੇ ਹੁੰਦੇ ਨੇ, ਤਾਂ ਜਦੋਂ ਵਾਰੀ ਆਉਂਦੀ ਨਾ ਕਿ ਪ੍ਰਪੋਜ਼ ਕਿੰਨੇ ਪਹਿਲਾਂ ਕੀਤਾ, ਤਾਂ ਕੁੜੀ ਮੁੰਡੇ ਨੂੰ ਮੋਢਾ ਮਾਰ ਰਹੀ ਹੁੰਦੀ ਹੈ, ਮੁੰਡਾ ਕੁੜੀ ਨੂੰ, ਤਾਂ ਤੁਸੀਂ ਆਪਸ 'ਚ ਸਾਰੀ ਸਕ੍ਰਿਪਟ ਡਿਸਾਈਡ ਕਰ ਲੈਣਾ ਕਿ ਪ੍ਰਪੋਜ਼ ਕਿੰਨੇ ਕੀਤਾ ਸੀ, ਗੋਡੇ ਤੇ ਕੌਣ ਬੈਠਿਆ ਸੀ, ਹੈ ਨਾ। ਪੂਰੀ ਸਕਰੀਨ ਪਲੇ ਰੈਡੀ ਕਰਕੇ ਰੱਖਾਂਗੇ ਤਾਂ ਕਿ ਪਰਫਾਰਮੈਂਸ 'ਚ ਕੋਈ ਦਿੱਕਤ ਨਾ ਆਏ। ਵੈਰੀ ਨਾਈਸ, ਵੈਰੀ ਨਾਈਸ। ਸੋ ਗੱਲ ਕਰੀ, ਜਿਵੇਂ ਮੈਂ ਗੱਲ ਕਰ ਰਹੀ ਸੀਗੀ, ਦੇਖੋ ਪੈਪੀ ਜਿਹਾ ਸੁਭਾਅ ਤੁਹਾਨੂੰ ਪਤਾ ਲੱਗ ਗਿਆ, ਤੇ ਗੱਲ ਆਉਂਦੀ ਹੈ ਹੁਣ ਡਾਇਰੈਕਟਰ ਵਾਲੀ ਰੋਲ ਕੈਮਰਾ ਐਕਸ਼ਨ ਦੀ। ਸੋ ਅਸੀਂ ਤੁਹਾਨੂੰ ਦੇਖਿਆ ਹੈ ਨਾ, ਵਲੈਤੀ ਭਾਬੀ ਇੱਕ ਟੀਵੀ ਸੀਰੀਅਲ ਆਇਆ ਸੀ, ਉਹਦੇ ਵਿੱਚ ਤੁਹਾਨੂੰ ਬਹੁਤ ਪਿਆਰ ਮਿਲਿਆ, ਤੇ ਉਹਦੇ ਵਿੱਚ ਵੀ ਤੁਹਾਡਾ ਅਗਰ ਕਿਰਦਾਰ ਦੀ ਗੱਲ ਕਰੀਏ ਬੜਾ ਜੋਲੀ ਜਿਹਾ ਕਿਰਦਾਰ ਸੀ। ਤੇ ਹੀਰੋਪੰਤੀ 2 ਹੁਣ ਆ ਰਹੀ ਹੈ, ਕਿਉਂਕਿ ਦੇਖੋ ਅਸੀਂ ਉਹ ਜੋਲੀ ਜਿਹਾ ਕਰੈਕਟਰ ਤੁਹਾਡਾ ਰੀਅਲ ਲਾਈਫ ਦੇ ਵਿੱਚ ਦੇਖਦੇ ਹਾਂ। ਕੁਝ ਉਸ ਤਰੀਕੇ ਦਾ ਮਿਲਦਾ ਜੁਲਦਾ ਕੈਰੈਕਟਰ ਤੁਸੀਂ ਵੈਲਤੀ ਭਾਬੀ ਦੇ ਵਿੱਚ ਕੀਤਾ, ਜਿਹਦੇ ਵਿੱਚ ਤੁਹਾਡਾ ਇੱਕ ਅਸਕ ਜਿਹੜਾ ਖੁਦ ਦਾ ਅਕਸ ਜਿਹੜਾ ਝਲਕਿਆ। ਹੁਣ ਹੀਰੋਪੰਤੀ 2 ਜਿਹੜੀ ਆ ਰਹੀ, ਉਹਦੇ ਵਿੱਚ ਕਿੱਦਾਂ ਦਾ ਕਿਰਦਾਰ ਹੋਏਗਾ, ਉਹਦੇ ਵਿੱਚ ਕੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ ਜੋ ਕਵਲਪ੍ਰੀਤ ਨੇ ਨਿਭਾਇਆ ਹੈ? ਦੇਖੋ ਜੀ, ਹੀਰੋਪੰਤੀ ਦਾ ਬਹੁਤ ਜ਼ਿਆਦਾ ਤੇ ਹਜੇ ਵੀ ਕੈਨਟ ਰਿਵੀਲ, ਬਟ it is again something fun, something realistic, because action based film ਹੈਗੀ ਹੈ ਨਾ। ਮਤਲਬ it is a sequel of second ਜਿਹੜੀ ਪਹਿਲੀ ਫਿਲਮ ਆਈ ਸੀਗੀ, ਸੁਪਰ ਹਿੱਟ ਫਿਲਮ ਸੀਗੀ। ਤੇ ਮੈਂ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਕਿ ਮੇਰੀ ਜਦੋਂ ਫਿਲਮ ਦੇ ਵਿੱਚ ਐਂਟਰੀ ਹੋਊਗੀ, I have a small cameo role in the film. That will add more humor, fun and more entertainment for a small part. ਤੇ ਉਹ ਲੋਕੀ ਥੋੜੇ ਟਾਈਮ ਲਈ ਐਕਸ਼ਨ ਤੋਂ ਹਟ ਕੇ ਇੱਕ ਐਂਟਰਟੇਨਮੈਂਟ ਜ਼ੋਨ ਦੇ ਵਿੱਚ ਆ ਜਾਣਗੇ when my entrance will be seen in the film. ਤੇ it is a fun entertaining role, though it's small but entertaining role. ਵੈਰੀ ਨਾਈਸ। ਦੇਖੋ ਬਾਲੀਵੁੱਡ, ਦੇਖੋ ਪੰਜਾਬੀ ਸਿਨੇਮਾ, ਜਿਹੜੇ ਪੰਜਾਬੀ ਐਕਟਰਸ ਹੈ ਨਾ, ਇਹਨਾਂ ਵਾਸਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕੈਮੀਓ ਰੋਲ ਹੈ, ਛੋਟਾ ਰੋਲ ਹੈ, ਮੈਨੂੰ ਐਂ ਲੱਗਦਾ ਕਿ ਜਿਹੜੇ ਐਕਟਰਸ ਹੁੰਦੇ ਨਾ, ਬਹੁਤ ਸਾਰੇ ਤੁਸੀਂ ਫਿਲਮਸ ਦੇਖੀਆਂ ਹੋਣੀਆਂ ਨੇ, ਮੈਂ ਵੀ ਬਾਲੀਵੁੱਡ ਵਿੱਚ ਬਹੁਤ ਸਾਰੀਆਂ ਫਿਲਮਸ ਦੇਖਦੀਆਂ ਜਿਹਦੇ ਵਿੱਚ ਨਾ ਕੋਈ ਕਿਰਦਾਰ ਹੀਰੋ ਨਾਲੋਂ ਵੀ ਜ਼ਿਆਦਾ ਯਾਦ ਰਹਿ ਜਾਂਦਾ। ਇਹ ਬਿਕੋਜ਼ ਮੈਂ ਸ਼ੁਰੂ ਤੋਂ ਇਹ ਮੰਨਦਾ ਰਿਹਾ ਕਿ ਮੈਂ ਜਦੋਂ ਵੀ ਆਪਣੀ ਜਰਨੀ ਸ਼ੁਰੂ ਕੀਤੀ ਸੀਗੀ, ਮੈਨੂੰ ਬੜੇ ਸਾਰੇ ਲੋਕਾਂ ਨੇ ਗੱਲ ਦੱਸੀ ਸੀ, ਕਹਿੰਦੇ ਤੁਸੀਂ ਜਦੋਂ ਵੱਡੇ ਹੁੰਦੇ ਹੋ ਤੁਸੀਂ ਇੱਕਦਮ ਗ੍ਰੈਜੂਏਟ ਨਹੀਂ ਹੋ ਜਾਂਦੇ ਹੋ, ਤੁਸੀਂ ਸਲੋਲੀ ਐਂਡ ਗ੍ਰੈਜੂਅਲੀ ਤੁਸੀਂ 5ਵੀਂ ਕਰਦੇ ਹੋ, 6ਵੀਂ ਕਰਦੇ ਹੋ, 10ਵੀਂ ਕਰਦੇ ਹੋ, 12ਵੀਂ ਕਰਦੇ ਹੋ, ਗ੍ਰੈਜੂਏਸ਼ਨ। ਤੇ ਡੋਂਟ ਇਮੈਜਿਨ ਕਿ ਤੁਸੀਂ ਜੰਮਦਾ ਹੀ ਹੀਰੋ ਬਣ ਜਾਓਗੇ। ਇੱਕ ਕਿਰਦਾਰ ਕਰੋ, ਜੇ ਥੋੜਾ ਕੰਮ ਚੰਗਾ ਹੈ ਤਾਂ ਤੁਹਾਨੂੰ ਇੱਕ ਸਟੈਂਪ ਲੱਗਣ ਤੋਂ ਕੋਈ ਨਹੀਂ ਰੋਕ ਸਕਦਾ। ਬਟ ਬੜੇ ਸਾਰੇ ਬੰਦੇ ਇੱਦਾਂ ਦੇ ਵੀ ਮੈਂ ਦੇਖੇ ਹੈ ਜੋ ਕਿ ਕੁਛ ਨਹੀਂ ਆਉਂਦਾ, ਆਣਾ ਹੈ ਤਾਂ ਹੀਰੋ ਆਣਾ, ਨਹੀਂ ਤਾਂ ਨਹੀਂ ਆਣਾ। that doesn't work. So ਜੇ ਮੈਂ ਆਪਣੀ ਉਹਦੇ ਵਿੱਚ ਗੱਲ ਕਰਾਂ ਤੇ I started from small roles. ਅੱਜ ਪਰਮਾਤਮਾ ਦੀ ਮਿਹਰ ਹੈਗੀ ਹੈ ਕਿ ਉਹ ਜਿਹੜਾ ਸਟੈਂਪ ਹੈ ਮੇਨ ਲੀਡ ਵਾਲਾ ਉਹ ਲੱਗ ਗਿਆ ਹੈ, ਪਰ ਉਹ ਤਾਂ ਹੀ ਲੱਗਿਆ ਹੈ ਜੇ ਛੋਟੇ ਰੋਲਸ ਕੀਤੇ ਹੈ। ਜੇ ਉਹ ਛੋਟੇ ਰੋਲਸ ਨਾ ਕਰਦੇ, ਲੋਕੀ ਨਾ ਪਛਾਣਦੇ, ਤੇ ਉਹ ਸਟੈਂਪ ਨਹੀਂ ਲੱਗਣਾ ਸੀ। ਸੋ ਕੰਮ ਨੂੰ ਕੰਮ ਹੈ, ਜੇ ਤੁਹਾਡਾ ਕੰਮ ਛੋਟਾ ਵੱਡਾ ਕੁਛ ਨਹੀਂ ਹੁੰਦਾ। ਜੇ ਤੁਹਾਨੂੰ ਆਪਣਾ ਕੰਮ ਆਉਂਦਾ ਹੈ, ਯੂ ਵਿਲ ਵਿਨ ਇਟ, ਜੇ ਨਹੀਂ ਆਉਂਦਾ ਤੇ ਨਹੀਂ। ਵੈਰੀ ਨਾਈਸ, ਵੈਰੀ ਨਾਈਸ। ਉਹ ਵੀ ਮੈਂ ਕਹਿ ਰਹੀ ਸੀ ਨਾ ਕਿ
ਜਿੰਨੀ ਹੁਣ ਬਾਲੀਵੁੱਡ ਵਾਲੇ ਐਕਟਰਸ ਵਾਸਤੇ ਤਾਂ ਬਹੁਤ ਵੱਡੀ ਗੱਲ ਹੈ ਕਿ ਅਸੀਂ ਸਾਊਥ 'ਚ ਵੀ ਜਾ ਰਹੇ ਹਾਂ, ਅਸੀਂ ਬਾਲੀਵੁੱਡ ਦੇ ਵਿੱਚ ਵੀ ਜਾ ਰਹੇ ਹਾਂ। ਇੱਥੋਂ ਤੱਕ ਕਿ ਸਾਊਥ ਦੇ ਐਕਟਰਸ, ਹੁਣ ਸਾਊਥ ਦਾ ਜਿਹੜੇ ਐਕਸ਼ਨ ਹੀਰੋਜ਼ ਐਂਡ ਆਲ ਦੈਟ, ਉਹਨਾਂ ਦੀ ਟੀਮਸ ਇੱਥੇ ਆ ਕੇ ਵਰਕ ਕਰ ਰਹੀਆਂ। ਬਹੁਤ ਸਾਰੀ ਹੁਣ ਪੰਜਾਬੀ ਫਿਲਮਸ ਪਿੱਛੇ ਜਿਹੇ ਆਈਆਂ ਜਿਨ੍ਹਾਂ ਦੇ ਵਿੱਚ ਐਕਸ਼ਨ ਡਾਇਰੈਕਟਰ ਜਿਹੜੇ ਸੀਗੇ, ਜਿਨ੍ਹਾਂ ਨੇ ਐਕਸ਼ਨ ਫਿਲਮ ਦੇ ਵਿੱਚ ਕੀਤਾ, ਉਹ ਸਾਊਥ ਤੋਂ ਸੀਗੇ। ਸੋ ਬੈਕ ਟੂ ਤੁਹਾਡਾ ਸੀਰੀਅਲ ਵਲੈਤੀ ਭਾਬੀ, ਜਿਵੇਂ ਹੁਣ ਕਿਸੇ ਨੂੰ ਵੀ ਮਤਲਬ ਡੇਲੀ ਪੋਸਟ ਦੀ ਜਿਹੜੀ ਵੀ ਆਡੀਅנס ਹੈ, ਮੈਨੂੰ ਲੱਗਦਾ ਕਿ ਉਹ ਪਹਿਲੀ ਵਾਰ ਤੁਹਾਡੇ ਨਾਲ ਰੂਬਰੂ ਹੋ ਰਹੀ ਹੈ, ਉਹਨਾਂ ਨੂੰ ਫਿਲਹਾਲ ਤੁਹਾਡੇ ਬਾਰੇ ਨਾ ਤਾਂ ਕੁਝ ਜ਼ਿਆਦਾ ਪਤਾ ਹੈ, ਨਾ ਤੁਹਾਡੀ ਜਰਨੀ ਪਤਾ ਹੈ, ਰਾਈਟ? ਤੇ ਨਾ ਹੀ ਮੈਨੂੰ ਜ਼ਿਆਦਾ ਪਤਾ ਹੈ, ਕਿਉਂਕਿ ਜਦੋਂ ਵੀ ਇਹਨਾਂ ਨੂੰ ਮਿਲੀਦਾ ਜਾਂ ਗੱਲਬਾਤ ਕਰੀਦਾ, ਆਪਣੀ ਮਸਤੀ ਮਜ਼ਾਕ, ਹਾਸੇ ਮਜ਼ਾਕ ਚੱਲਦੇ ਰਹਿੰਦੇ ਹੈ ਨਾ। ਸੋ ਕਦੀ ਜਾਣਿਆ ਨਹੀਂ। ਸੋ ਕਮਲ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਛੋਟੇ ਛੋਟੇ ਕਿਰਦਾਰ, ਛੋਟੇ ਛੋਟੇ ਰੋਲਸ ਤੋਂ ਸਟਾਰਟ ਕੀਤਾ, ਉਹ ਬਿਗਨਿੰਗ, ਉਹ ਜਰਨੀ ਕਿੱਥੋਂ ਸਟਾਰਟ ਹੋਈ? ਕਿਹੜਾ ਉਹ ਪਹਿਲਾ ਕਿਰਦਾਰ ਸੀ ਜਿਹੜਾ ਨਿਭਾਇਆ? ਕਿਉਂਕਿ ਮੈਨੂੰ ਅੱਜ ਤੱਕ ਆਪਣਾ ਪਹਿਲਾ ਕੋਈ ਵੀ ਐਂਕਰਿੰਗ ਕਹਿ ਲਓ ਜਾਂ ਪਹਿਲੀ ਆਪਣੀ ਇੰਟਰਵਿਊ, ਜਾਂ ਅਗਰ ਮੈਂ ਥੀਏਟਰ ਕਰਦੀ ਸੀ ਤਾਂ ਮੈਨੂੰ ਆਪਣਾ ਪਹਿਲਾ ਪਲੇ, ਹਰ ਚੀਜ਼ ਯਾਦ ਹੈ ਨਾ। ਬੰਦੇ ਨੂੰ ਪਹਿਲੀ ਚੀਜ਼ ਯਾਦ ਰਹਿੰਦੀ ਹੈ, ਕਦੋਂ ਪਹਿਲੀ ਵਾਰੀ ਬੋਰਡ ਦੇ ਪੇਪਰ ਦਿੱਤੇ, ਹੈ ਨਾ, ਹਰ ਚੀਜ਼। ਸੋ ਤੁਹਾਡਾ ਪਹਿਲਾ ਕਿਰਦਾਰ ਕਿਹੜਾ ਸੀ? ਪਹਿਲਾ ਜਿਹੜਾ ਮੈਂ ਕੀਤਾ ਸੀਗਾ, ਆਈ ਥਿੰਕ 2010 ਦੀ ਗੱਲ ਹੈਗੀ ਹੈ। ਆਈ ਵਾਸ ਗੋਇੰਗ ਔਨ ਅ ਸਟਰੀਟ, ਤੇ ਮੈਨੂੰ ਮੇਰੇ ਸਾਹਮਣੇ ਬੜਾ ਫਿਲਮੀ ਹੈ ਸੀ, ਗੱਡੀ ਆ ਕੇ ਰੁਕੀ, ਉਸ 'ਚੋਂ ਗੱਡੀ 'ਚੋਂ ਬੰਦੇ ਨਿਕਲੇ ਦੋ, कहते जी आप एक्टिंग कर लोगे? मैं कहा हाँ जी कर लेंगे जी। तो कल कहते सुबह सुबह यहाँ पे आ जाना 7 बजे, DLF सिटी सेंटर नवा बनया सी उतों इंडस्ट्री, नहीं ਇੱਥੇ ਚੰਡੀਗੜ੍ਹ DLF सिटी सेंटर ललित ਦੇ ਆਪੋਜ਼ਿਟ ਜਿਹੜਾ ਉਹ ਹੈਗਾ ਇੰਡਸਟਰੀਅਲ ਏਰੀਆ। ਤੇ ਮੈਂ ਪਹੁੰਚ ਗਿਆ ਸਿਰਫ 7 ਵਜੇ, ਉਹ ਹੈ ਹੀ ਕੋਈ ਨਹੀਂ ਉੱਥੇ। ਮੈਂ 2-4-5 ਘੰਟੇ ਵੇਟ ਕਰੀ ਹੈ, ਮੈਂ ਕਹਿ ਰਿਹਾ ਤਾਂ ਪਾਗਲ ਬਣਾ ਗਿਆ ਮੇਰਾ। ਤੇ ਕਰ ਕਰਾ ਕੇ ਮੈਂ ਚਲਾ ਗਿਆ। ਫਿਰ ਮੈਨੂੰ ਫੋਨ ਆਉਂਦਾ, हाँ जी आप आए नहीं? मैं कहा जी मैं तो सुबह 7 बजे आ गया सी। अच्छा कहते कल आपका शूट शुरू है। तो मैं कहा जी आज तो नहीं कहते कल ये आपकी टेस्टिंग हो रही थी, तो कल सुबह 6 बजे पहुंच जाना। मैं कहा ठीक है जी। वाकई बहुत फिल्मी हाँ, तो मैं सवेरे 6 बजे पहुंच गया उत्थे। ਤੇ ਉੱਥੇ ਪਹੁੰਚਿਆ ਤੇ ਉੱਥੇ ਗੱਡੀਆਂ, ਵੈਨਿਟੀਜ਼ ਪਹਿਲੀ ਵਾਰ ਦੇਖੀਆਂ ਸੀ, ਕਦੀ ਫਿਲਮਾਂ 'ਚ ਦੇਖਿਆ ਹੁੰਦਾ ਸੀਨ, ਕਦੀ ਦੇਖਿਆ ਨਹੀਂ ਸੀ। ਤੇ ਉੱਥੇ ਮੈਂ ਰੂਬਰੂ ਹੋਇਆ ਸੁਖਸ਼ਿੰਦਰ ਸ਼ਿੰਦਾ ਜੀ ਦੇ ਨਾਲ। ਤੇ ਮੈਂ ਕਿਹਾ ਇਹ ਤਾਂ ਬੜੇ ਵੱਡੇ ਸਿੰਗਰ ਹੈਗੇ ਆ। ਤੇ ਮੈਂ ਜਦੋਂ ਇੰਟਰੈਕਸ਼ਨ ਹੋਇਆ ਤੇ ਉੱਥੇ ਜਾ ਕੇ ਪਤਾ ਚੱਲਿਆ ਕਿ ਆਈ ਐਮ ਡੂਇੰਗ ਅ ਮਿਊਜ਼ਿਕ ਵੀਡੀਓ ਵਿਦ ਸੁਖਸ਼ਿੰਦਰ ਸ਼ਿੰਦਾ, ਔਰ ਜਿਨ੍ਹਾਂ ਨੇ ਸਾਰਾ ਕੁਝ ਸ਼ੁਰੂ ਕੀਤਾ ਸੀਗਾ, ਹਿਜ਼ ਨੇਮ ਇਜ਼ ਜਗਮੀਤ ਬਲ, ਦੀ ਡਾਇਰੈਕਟਰ ਆਫ ਦੈਟ ਸੌਂਗ। ਤੇ ਮਤਲਬ ਉਹ ਟਟੋਲ ਰਹੇ ਸੀ ਵੀ ਯਾਰ ਇਹ ਵਾਕਈ ਹੈ ਵੀ ਇੱਦਾਂ ਤੇ ਨਹੀਂ ਕਿਤੇ ਕਰਦਾ। ਤੇ ਉਹ ਪਹਿਲੀ ਵਾਰ, ਇਹ ਗੱਲ ਸ਼ਾਇਦ ਮੈਂ ਕਿਸੇ ਵੀ ਇੰਟਰਵਿਊ 'ਚ ਨਹੀਂ ਕਹੀ ਹੈ, ਲਾਈਫ ਦੇ ਵਿੱਚ ਮੈਂ ਪਹਿਲੀ ਵਾਰ ਟੋਪੀ ਪਾਈ ਸੀਗੀ। ਔਰ ਉਹ ਟੋਪੀ ਪਾਉਣ ਦਾ ਰੀਜ਼ਨ ਹੀ ਇਹ ਸੀਗਾ ਕਿ ਉਹਦਾ ਗਾਣੇ ਦਾ ਕੰਸੈਪਟ ਸੀਗਾ, ਗਾਣੇ ਦੀ ਓਪਨਿੰਗ ਮੇਰੇ ਤੋਂ ਹੁੰਦੀ ਹੈ, ਤੇ ਉਹ ਕੰਸੈਪਟ ਹੀ ਐਵੇਂ ਦਾ ਸੀ ਕਿ ਮੁੰਡਾ ਟੋਪੀ ਪਾਉਂਦਾ ਹੈ ਤੇ ਪੱਗ ਆਪਣੇ ਸਿਰ ਤੇ ਉਹ ਕਰਦਾ, ਰਿਵੀਲ ਕਰਦਾ। ਉਹ ਗਾਣੇ ਦੀ ਓਪਨਿੰਗ ਹੁੰਦੀ ਹੈ। ਉਹ ਗਾਣੇ ਦਾ ਨਾਂ ਸੀ ਸੌਖੀ ਨਹੀਂ ਮਿਲਦੀ ਹੈ ਪਗੜੀ ਸਰਦਾਰਾ। ਉਹ ਪੱਗ ਤੋਂ ਫਰੇਮ ਖੁੱਲਦਾ। ਉਹ ਗਾਣਾ ਇੰਨਾ ਚੱਲਿਆ ਕਿ ਮਤਲਬ ਆਈ ਕੈਨੋਟ ਐਕਸਪ੍ਰੈਸ। ਉੱਥੋਂ ਮੈਂ ਕਿਹਾ ਬੰਦਾ ਨਾ ਰੱਬ ਦਾ ਵੀ ਸ਼ੁਕਰ ਨਹੀਂ ਕਰ ਪਾਉਂਦਾ ਵੀ ਆਹ ਹੋਇਆ ਕੀ ਮੇਰੇ ਨਾਲ, ਹੈ ਨਾ। ਉਸ ਟਾਈਮ ਤੇ ਮੈਂ ਕਿਹਾ ਯਾਰ ਇਹ ਤਾਂ ਮੈਂ ਤਾਂ ਹੀਰੋ ਬਣ ਗਿਆ, ਮੈਂ ਤਾਂ ਸਟਾਰ ਆ। ਮਤਲਬ ਆਈ ਵਾਜ਼ ਔਨ ਦ ਕਲਾਊਡ 9। ਮਤਲਬ ਮੈਨੂੰ ਸੀਗਾ ਵੀ ਦਿਸ ਇਜ਼ ਹਾਊ ਇਟ ਇਜ਼। ਇਹੀ ਦੁਨੀਆ ਹੁੰਦੀ, ਫਿਲਮੀ ਦੁਨੀਆ ਇਹੀ ਚਾਹੀਦੀ ਹੈ। ਤੇ ਉਹ ਹੋਇਆ। ਫਿਰ ਮੇਰੀ ਕਾਲਜ ਚੱਲ ਰਿਹਾ ਸੀ ਨਾਲ ਫਿਰ ਫਿਰ ਇੱਕ ਹੋਰ ਜੋਬ ਲੱਗ ਗਈ, ਉਹ ਜੋਬ 'ਚ ਬਿਜ਼ੀ ਹੋ ਗਏ। ਫਿਰ ਇੱਕ ਸ਼ੋਅ ਕੀਤਾ love.net ਚੈਨਲ V ਦੇ ਉੱਤੇ ਐਜ਼ ਮੇਨ ਲੀਡ। ਤੇ ਹੁਣ ਜਦੋਂ ਤੁਹਾਨੂੰ ਬਿਨਾਂ ਕੁਛ ਕਿਤੇ ਮੇਨ ਲੀਡ ਮਿਲ ਜਾਂਦਾ ਤੇ ਤੁਸੀਂ ਯੂ ਸਟਾਰਟ ਫਲਾਈਂਗ, ਹੈ ਨਾ। ਤੇ ਉਹ ਹਿੱਟ ਹੋ ਗਿਆ, ਅਵਾਰਡਸ ਮਿਲ ਗਏ, ਸਾਰਾ ਕੁਛ ਹੋ ਗਿਆ। ਫਿਰ ਮੈਂ ਕਹਿ ਰਿਹਾ ਇਹ ਤਾਂ ਮਤਲਬ ਮੈਂ ਜੋਬ ਛੱਡਤੀ, ਮੈਂ ਕਿਹਾ ਮੈਂ ਇਹੀ ਕਰਨਾ ਹੁਣ। ਉੱਥੋਂ ਜਰਨੀ ਸ਼ੁਰੂ ਹੋਈ। ਫਿਰ ਐਕਚੁਅਲ ਜਰਨੀ ਉੱਥੋਂ ਸ਼ੁਰੂ ਹੋਈ। ਉਸ ਤੋਂ ਬਾਅਦ 6 ਮਹੀਨੇ ਕੋਈ ਕੰਮ ਨਹੀਂ ਸੀਗਾ। ਫਿਰ ਡਰ ਲੱਗਿਆ ਮੈਂ ਕਿਹਾ ਯਾਰ ਮਤਲਬ ਅਵਾਰਡਸ ਵੀ ਲੈ ਲਏ, ਜਿੱਤ ਵੀ ਲਿਆ, ਮੇਨ ਲੀਡ ਵੀ ਕਰ ਲਿਆ, ਕੰਮ ਕਿਉਂ ਨਹੀਂ ਹੈਗਾ। ਫਿਰ ਸਲੋਲੀ ਐਂਡ ਗ੍ਰੈਜੂਅਲੀ ਫਿਰ ਮੈਂ ਇੱਕ ਐਕਟਿੰਗ ਦਾ ਕੋਰਸ ਨਾਲ ਕਰ ਰਿਹਾ ਸੀ ਢਿੱਲੋਂ ਕ੍ਰੀਏਸ਼ਨਸ ਦੇ ਉੱਤੋਂ। ਫਿਰ ਸਰ ਨੇ ਸਮਝਾਇਆ, ਕਹਿੰਦੇ ਬੇਟਾ ਇਹ ਸ਼ੁਰੂਆਤ ਹੈ। ਮਤਲਬ ਇਹ ਇੱਕ ਉਹ ਟੈਸਟਰ ਸੀਗਾ ਜਿਹਨੇ ਤੁਹਾਨੂੰ 1% ਦੁਨੀਆ ਤੇ ਦਿਖਾਤੀ, ਪਰ ਜਿਹੜੀ 99% ਦੁਨੀਆ ਹੈਗੀ ਹੈ ਉਹ ਤੁਹਾਨੂੰ ਆਪ ਜੀਣੀ ਪਏਗੀ। ਉਹ ਕੋਈ ਆਪ ਨਹੀਂ, ਤੁਹਾਡੇ ਨਾਲ ਹਰ ਟਾਈਮ ਨਹੀਂ ਕੋਈ ਬੰਦਾ ਰਹੇਗਾ, ਸਪੂਨ ਫੀਡਿੰਗ ਨਹੀਂ ਹੋਏਗੀ। ਇੱਕ ਵਾਰੀ ਹੋ ਗਈ, ਨਾਓ ਯੂ ਲਿਵ ਯੋਰ ਵਰਲਡ। ਦੈਨ ਆਈ ਐਂਟਰਡ। ਉਹ ਸਟਰਗਲ ਕੀ ਹੁੰਦਾ ਹੈ, ਗਿਰਨਾ ਕੀ ਹੁੰਦਾ ਹੈ, ਇੱਕ ਮੁਕਾਮ ਤੇ ਆਉਣ ਤੋਂ ਬਾਅਦ ਕੰਮ ਨਾ ਮਿਲਣ ਦਾ ਦਰਦ ਕੀ ਹੁੰਦਾ ਹੈ, when you crave ਯਾਰ ਕੰਮ ਨਹੀਂ ਹੈ, ਕਿਉਂ ਨਹੀਂ ਹੈ ਕੰਮ, ਜਾਂ ਤਾਂ ਹੋਏ ਨਾ। ਮੇਨ ਪਤਾ ਕੀ ਚੀਜ਼ ਹੁੰਦੀ ਹੈ ਕਮਲ ਜੀ, ਕੰਮ ਨਹੀਂ ਹੈ
ਇਹ ਵੀ ਇੱਕ ਹੋ ਜਾਂਦਾ ਹੈ। ਦੂਸਰਾ ਹੁੰਦਾ ਹੈ ਕਿ ਪੈਸੇ ਵੀ ਤਾਂ ਚਾਹੀਦੇ ਹੁੰਦੇ ਆ। ਉਸ ਟਾਈਮ ਤਾਂ ਮਤਲਬ ਉਸ ਟਾਈਮ ਤਾਂ ਪੈਸੇ ਦਾ ਇੰਨਾ ਕੁਝ ਸੀਗਾ ਹੀ ਨਹੀਂ ਨਾ। ਮਤਲਬ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ, ਉਹ ਸ਼ੋਅ ਕਰਨ ਤੋਂ ਬਾਅਦ 4 ਮਹੀਨੇ ਤੱਕ ਮਤਲਬ ਆਈ ਵਾਜ਼ ਸੋ ਇੰਨਾ ਉੱਡ ਰਿਹਾ ਸੀ। ਮੈਂ ਕਿਹਾ ਯਾਰ ਉਹ पेमेंट नहीं आई शो दी। मैं उन्होंने मैं सर वो पेमेंट तो दी नहीं। कहते सर आपने मांगी नहीं। मैं कहा अच्छा मांगनी पड़ती है, आप लोग अपने आप नहीं देते। मतलब वो इन्ना ज़्यादा क्रेज सीगा भी शो 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 पब्लिसिटी जिथे भी जाता सी। बट वो बड़ा ਜ਼ਰੂਰੀ ਹੁੰਦਾ ਹੈ। ਤੁਹਾਨੂੰ ਜਿਹੜਾ ਲਾਈਫ ਦੇ ਵਿੱਚ ਧੱਕੇ ਹੁੰਦੇ ਆ ਨਾ ਉਹ ਜ਼ਰੂਰੀ ਹੁੰਦੇ ਆ ਲੱਗਣੇ, ਬਿਕੋਜ਼ ਨਹੀਂ ਤਾਂ ਤੁਸੀਂ ਇੱਕ ਇਮੈਜਿਨਰੀ ਵਰਲਡ ਦੇ ਵਿੱਚ ਜਿੰਦੇ ਹੋ ਯਾਰ ਵੀ ਮੈਂ ਤਾਂ ਹੁਣ ਬਣ ਗਿਆ। ਨੋ, ਉਹ ਪਰੇਸ਼ਾਨੀਆਂ, ਦੁੱਖ, ਤਕਲੀਫਾਂ ਜ਼ਰੂਰੀ ਹੁੰਦੀਆਂ ਤੁਹਾਨੂੰ। ਜਦੋਂ ਤੁਸੀਂ ਉਹ ਵੱਢਦੇ ਹੋ, ਲੱਕੜੀ ਵੱਢਦੇ ਹੋ, ਤੇ ਤੁਸੀਂ ਬਹੁਤ ਘੰਟਿਆਂ ਤੱਕ ਉਹਨੂੰ ਸ਼ਾਰਪ ਕਰਦੇ ਹੋ। ਇਸੇ ਕਰਕੇ ਸ਼ਾਰਪ ਕਰਦੇ ਹੋ ਕਿ ਜਦੋਂ ਐਕਚੁਅਲ ਲੱਕੜੀ ਵੱਢੀਏ ਤੇ ਉਹ ਇੱਕ ਨੌਚ ਦੇ ਵਿੱਚ ਨੌਚ ਹੋ ਜਾਏ। ਸੋ ਇਟ ਇਜ਼ ਵੈਰੀ ਇੰਪੋਰਟੈਂਟ। ਜਿਵੇਂ ਉਸ ਸ਼ੋਅ ਤੋਂ ਬਾਅਦ ਤੁਸੀਂ ਦੱਸਿਆ ਕਿ ਨਾ ਕੰਮ ਰੁਕਿਆ, ਫਿਰ ਉਹ ਗੱਡੀ ਦੁਬਾਰਾ ਕਿੱਦਾਂ ਸਟਾਰਟ ਹੋਈ? ਕਿਉਂਕਿ ਮੇਰਾ ਦਿਮਾਗ ਹਲੇ ਵੀ ਉੱਥੇ ਸੀ ਵੀ ਉਹ ਗੱਡੀ ਦੁਬਾਰਾ ਕਿੱਦਾਂ ਸਟਾਰਟ ਹੋਈ। ਮਤਲਬ ਆਈ ਸਟਾਰਟਡ ਗਿਵਿੰਗ ਆਡੀਸ਼ਨਸ, ਮੀਟਿੰਗਸ। ਮਤਲਬ ਇੱਥੇ ਤਾਂ ਚੰਡੀਗੜ੍ਹ ਦੇ ਵਿੱਚ ਤਾਂ ਮਹੀਨੇ 'ਚ ਇੱਕ ਅੱਧਾ ਆਡੀਸ਼ਨ ਹੋ ਗਿਆ ਤੇ ਉਹ ਵੇਟ ਹੁੰਦੀ ਸੀ ਯਾਰ ਅੱਛਾ ਅਗਲੇ ਮਹੀਨੇ ਆਡੀਸ਼ਨ ਹੋਣਾ ਇਸ ਤਰੀਕ ਨੂੰ, ਤੇ ਵੀ ਯੂਜ਼ ਟੂ ਪ੍ਰਿਪੇਅਰ। ਬਟ ਉਹ ਇਟ ਵਾਜ਼ ਵੈਰੀ ਕਨਫਿਊਜ਼ਿੰਗ ਕਿ ਯਾਰ ਕਿੱਥੇ ਕਮੀ ਰਹਿ ਗਈ, ਕਿਉਂ ਨਹੀਂ ਮਿਲ ਰਿਹਾ ਕੰਮ, ਰੋਲ ਕਿਉਂ ਨਹੀਂ ਮਿਲ ਰਿਹਾ। ਮਤਲਬ ਪਹਿਲਾਂ ਤਾਂ ਬੜਾ ਵਧੀਆ ਮਿਲ ਗਿਆ, ਅੱਗੋਂ ਕਿਉਂ ਨਹੀਂ ਮਿਲ ਰਿਹਾ। ਤੇ ਉਹ ਜਿਹੜੀ 2-3 ਸਾਲਾਂ ਦੀ ਚੰਡੀਗੜ੍ਹ ਦੇ ਵਿੱਚ ਸਟਰਗਲ ਸੀਗੀ, ਉਹ ਬੜੀ ਨਾ ਮਤਲਬ ਕੁਐਸਚਨ ਮਾਰਕ ਵਾਲੀ ਸਟਰਗਲ ਸੀ ਯਾਰ ਵੀ ਕਮੀ ਕਿੱਥੇ ਹੈ। ਮੈਨੂੰ ਕੰਮ ਨਹੀਂ ਆਉਂਦਾ, ਮੈਨੂੰ ਕੰਮ ਮਿਲ ਨਹੀਂ ਰਿਹਾ, ਕਿਉਂ, ਵਾਟ ਇਜ਼ ਦਾ ਰੀਜ਼ਨ। ਮਤਲਬ ਕਿਤੇ ਵੀ ਕੋਈ ਆਡੀਸ਼ਨ ਹੁੰਦਾ ਸੀ, ਅੰਮ੍ਰਿਤਸਰ ਹੋ ਗਿਆ, ਲੁਧਿਆਣੇ, ਮੈਂ 2013 ਦੇ ਵਿੱਚ ਬੰਬੇ ਆਪਣੀ ਜੇਬ ਤੋਂ ਪੈਸਾ ਖਰਚ ਕੇ ਆਡੀਸ਼ਨ ਦੇਣ ਗਿਆ ਸੀ, ਬਿਕੋਜ਼ ਅੱਗ ਬਹੁਤ ਸੀਗੀ ਵੀ ਅੱਛਾ ਆਡੀਸ਼ਨ ਹੋ ਰਿਹਾ ਚਲੋ ਜੀ। ਮਾਈ ਪੇਰੈਂਟਸ ਵਰ ਲਾਈਕ 25,000 ਰੁਪਇਆ ਖਰਚਤਾ ਆਡੀਸ਼ਨ ਪਿੱਛੇ। ਮੈਂ ਕਿਹਾ ਜੀ ਹਾਂ। ਕਹਿੰਦੇ ਹੋਈ ਸਿਲੈਕਸ਼ਨ? ਮੈਂ ਕਿਹਾ ਨਹੀਂ। ਤੇ ਉਹ ਅੱਗ ਬਹੁਤ ਸੀ, ਅੱਗ ਬਹੁਤ ਜ਼ਰੂਰੀ ਜਿਵੇਂ ਹੈ। ਪੇਰੈਂਟਸ ਦੀ ਹੀ ਗੱਲ ਹੋਈ ਹੈ ਤਾਂ ਇਸ ਥਰੂ ਆਊਟ ਜਿੰਨਾ ਵੀ ਤੁਸੀਂ ਦੱਸ ਰਹੇ ਹੋ, ਮੈਨੂੰ ਲੱਗਦਾ ਦਰਸ਼ਕ ਵੀ ਹੈਰਾਨ ਹੋ ਰਹੇ ਹੋਣੇ, ਕਿਉਂਕਿ ਪੇਰੈਂਟਸ ਦੀ ਸਪੋਰਟ ਵੈਸੇ ਹੀ ਇਸ ਲਾਈਨ ਦੇ ਵਿੱਚ ਤੁਹਾਨੂੰ ਪਤਾ ਹੈ ਬੱਚਿਆਂ ਨੂੰ ਕੋਈ ਵਿਰਲਾ ਹੀ ਹੁੰਦਾ ਜਿਹਦੇ ਮਾਪਿਓ ਕਹਿੰਦੇ ਕਿ ਅਸੀਂ ਬੈਠੇ ਹਾਂ, ਤੂੰ ਕਰ ਜੋ ਕਰਨਾ, ਜਿੰਨੇ ਪੈਸੇ ਚਾਹੀਦੇ ਅਸੀਂ ਲਗਾਵਾਂਗੇ। ਅਦਰਵਾਈਜ਼ ਤਾਂ ਸਾਰੇ ਆਪਣੀ ਪੋਕਟ ਤੋਂ ਕਰ ਕਰਾ ਕੇ ਸਟਰਗਲ ਕਰਦੇ ਆ। ਇਹ ਸਾਰੇ ਐਕਟਰ, ਸਾਰੇ ਸਿੰਗਰਸ, ਡਾਇਰੈਕਟਰ, ਪ੍ਰੋਡਿਊਸਰ, ਹਰ ਬੰਦਾ, ਪ੍ਰੋਡਿਊਸਰਸ ਤਾਂ ਨਹੀਂ ਵੈਸੇ, ਪ੍ਰੋਡਿਊਸਰਸ ਨਹੀਂ, ਮਤਲਬ ਹਰ ਆਰਟਿਸਟ ਜਿਹੜਾ ਇੱਥੇ ਕੁਝ ਬਣਨ ਆਉਂਦਾ, ਚਾਹੇ ਉਹ ਡਾਂਸਰ ਹੈ, ਪਹਿਲਾਂ ਆਪਣੇ ਪੱਲਿਓ ਲਾਉਂਦਾ, ਸਟਰਗਲ ਕਰਦਾ। ਸੋ ਥਰੂ ਆਊਟ ਤੁਹਾਡੀ ਜਿਵੇਂ ਜਰਨੀ ਰਹੀ ਤੇ ਤੁਹਾਡੇ ਵੀ ਖਰਚੇ ਆਏ ਹੋਣੇ, ਜਿਵੇਂ ਤੁਸੀਂ ਆਹ ਗੱਲ ਵੀ ਦੱਸੀ 25-30 ਹਜ਼ਾਰ ਜਿਹੜਾ ਤੁਸੀਂ ਲਾਇਆ, ਇਹਦੇ ਵਿੱਚ ਪੇਰੈਂਟਸ ਦੀ ਸਪੋਰਟ ਕਿੰਨੀ ਸੀ? ਕਿਉਂਕਿ ਜੌਬ ਤੁਸੀਂ ਛੱਡੀ, ਉਦੋਂ ਪੇਰੈਂਟਸ ਨੇ ਕੁਐਸਚਨ ਨਹੀਂ ਕੀਤਾ ਕਿ ਕਮਲ ਆ ਕੀ ਚੀਜ਼ ਆ, ਹੈ ਨਾ, ਕਰ ਲੇਗਾ ਤੂੰ? ਮੇਰੇ ਡੈਡ ਨੇ ਗੱਲ ਕਹੀ ਸੀ ਉਦੋਂ, ਕਹਿੰਦੇ ਲਾਈਫ ਦੇ ਵਿੱਚ ਦੁਨੀਆ ਤਰਸਦੀ ਹੈ ਕਿ ਉਹਨੂੰ ਕੋਈ ਵੀ ਜੌਬ ਮਿਲੇ, ਕੋਈ ਵੀ। ਕਹਿੰਦੇ ਤੇਰੀ ਪਲੇਸਮੈਂਟ ਹੋਈ ਹੈ, ਯੂ ਆਰ ਡੂਇੰਗ ਅ ਵੈਰੀ ਰਿਪਿਊਟਡ ਜੌਬ, ਔਰ ਪਹਿਲੀ ਜੌਬ ਹੈ, ਤੂੰ ਆਪਣੀ ਮਰਜ਼ੀ ਨਾਲ ਛੱਡ ਰਿਹਾ, ਸੋਚ ਲੈ। ਕਹਿੰਦੇ ਮਤਲਬ ਕਿਸੇ ਵੀ ਅਮਾਊਂਟ ਦੀ ਜੌਬ ਕਰਨ ਨੂੰ ਪੀਪਲ ਆਰ ਰੈਡੀ, ਔਰ ਤੂੰ ਆਪਣੀ ਮਰਜ਼ੀ ਨਾਲ ਛੱਡ ਰਿਹਾ, ਤੇ ਯੂ ਸ਼ੁਡ ਨਾਟ ਨੈਵਰ ਰਿਗਰੈਟ ਯੋਰ ਡਿਸੀਜਨ। ਮੈਂ ਕਿਹਾ ਪਾਪਾ ਆਈਲ ਨੈਵਰ ਰਿਗਰੈਟ, ਬਿਕੋਜ਼ ਮਰਜ਼ੀ ਕਰ ਰਿਹਾ ਤੇ ਤੁਹਾਡੀ ਸਪੋਰਟ ਦੇ ਨਾਲ ਮਰਜ਼ੀ ਕਰ ਰਿਹਾ, ਪਰ ਜੌਬ ਨਹੀਂ ਕਰਨੀ। ਮਤਲਬ ਦਿਸ ਇਜ਼ ਨਾਟ ਮਾਈ ਲਾਈਨ। ਕਰ ਲਈ 4 ਮਹੀਨੇ ਹੀ ਕੀਤੀ ਹੈ ਜੌਬ, ਔਰ ਉਸ ਜੌਬ ਦੇ ਵਿੱਚ ਜੇ ਤੁਸੀਂ ਮੇਰਾ ਟਰੈਵਲ ਪੀਰੀਅਡ ਦੇਖੋ, ਆਈ ਯੂਜ਼ ਟੂ ਟਰੈਵਲ ਮਿਨੀਮਮ 100 ਕਿਲੋਮੀਟਰਸ ਐਵਰੀ ਡੇ, ਮਿਨੀਮਮ। ਪੰਚਕੂਲਾ 11 ਸੈਕਟਰ ਮੇਰੀ ਜੌਬ ਹੁੰਦੀ ਸੀ, ਤੇ ਆਲਮੋਸਟ 20 ਕਿਲੋਮੀਟਰ ਜਾਣਾ, 20 ਕਿਲੋਮੀਟਰ ਆਉਣਾ, 40 ਕਿਲੋਮੀਟਰ, 60 ਕਿਲੋਮੀਟਰਸ ਦੀ ਮਾਰਕੀਟਿੰਗ ਰੋਜ਼ ਦੀ। ਮਤਲਬ 100 ਕਿਲੋमीटर तो ਹੁੰਦੀ ਸੀ। मेरे से बॉस ने एक बार कहता, कहते जी आपकी 12,000 रुपये सैलरी है ना, और रखा आपने बुलेट हुआ है, ऐसे नहीं चलेगा जी, ऐसे तो आपके भांडे बिक जाएंगे। तो मेरे को देखो, कहते मैं मैनेजर हूँ, मैं स्प्लेंडर पे आता हूँ। तो मैं कहा सर गल इदा है, टॉर ना दी कोई चीज़ होंगी है ना, सैलरी 11,000 होए भावें जो मर्जी होए। मैं कहा जी आना टॉर नाल है ते जाना टॉर नाल है। ਵੈਸੇ ਜਦੋਂ ਤਾਂ ਤੁਸੀਂ ਬੋਲ ਰਹੇ ਕਿ ਸਰ ਮੈਨੂੰ ਲੱਗਿਆ ਵੀ ਸ਼ਾਇਦ ਪਤਾ ਨਹੀਂ ਕੋਈ ਸੰਜੀਦਾ ਜਿਹਾ ਡਾਇਲੋਗ ਆਏਗਾ ਟੌਰ ਨਾਮ ਦੀ ਵੀ। मैं शुरू तो अपनी चीज़ां लेके बहुत क्लियर रहा। तो कहते पेट्रोल देखो कितना, वो तो आई थिंक 60 रुपये लीटर पेट्रोल होंगे। आई एम नॉट श्योर कितना सी, 60-65 रुपये होना है।
मैं क्या सर ऐसे है 60 रुपये होए चाहे 100 रुपये होए टैंक तो फुल ही होना है बुलेट का कोई फर्क नहीं पैंता मैं क्या टार दे के कुछ नहीं आप चलाओ स्प्लेंडर मैं बुलेट में बहुत खुश हूँ तो ਹੁੰਦਾ अपना अपना ਹਿਸਾਬ ਹੁੰਦਾ ਸਾਰਿਆਂ ਦਾ ਤੋ ਸੋ ਆਚਰਨਿਆ ਜਿਵੇਂ ਇੱਕ ਸ਼ੋਅ ਮਿਲਿਆ ਓਕੇ ਫਾਈਨ ਸੋ ਇਹ ਜਿਹੜਾ ਤੁਹਾਡਾ ਸ਼ੋਅ ਆਇਆ ਵਲੈਤੀ ਭਾਬੀ ਇਹਦੇ ਵਿੱਚ ਆਡੀਸ਼ਨ ਦੇ ਥਰੂ ਗਏ ਜਾਂ ਫਿਰ ਲਿੰਕ ਇੰਨੇ ਬਣ ਚੁੱਕੇ ਸੀ ਕਿ ਆਪਣੇ ਆਪ ਸਿਲੈਕਟ ਹੋ ਗਏ ਵਲੈਤੀ ਭਾਬੀ ਦਾ ਜਰਨੀ ਕਿਵੇਂ ਹੋਈ ਇਹ ਵੀ ਦੱਸੇ ਬੜੀ ਇੰਟਰਸਟਿੰਗ ਜਰਨੀ ਹੈ ਤੇ ਵੈਸੇ ਤਾਂ ਹੁਣ ਤੱਕ ਜਿੰਨੀ ਵੀ ਇੰਟਰਵਿਊ ਬੜੀ ਇੰਟਰਸਟਿੰਗ ਹੀ ਹਾਂ ਮੈਂ ਆਇਆ ਹੋਇਆ ਸੀ ਚੰਡੀਗੜ੍ਹ ਤੇ ਮੈਂ ਐਵੇਂ ਹੀ ਮੇਰੇ ਫਰੈਂਡ ਹੈਗੇ ਬੰਟੂ ਖੰਨਾ ਜੀ ਤੇ ਉਹਨਾਂ ਦੇ ਆਫਿਸ ਗਿਆ ਤੇ ਉੱਥੇ ਕਾਸਟਿੰਗ ਹੋ ਰਹੀ ਸੀ ਇਹਦੀ ਵਲੈਤੀ ਭਾਬੀ ਸ਼ੋਅ ਦੀ ਤੇ ਉਹਨਾਂ ਨੇ ਕਹਿੰਦੇ ਜੀ ਤੂੰ ਟੈਸਟ ਦੇ ਦੇ ਇੱਕ ਰਸ਼ ਬਹੁਤ ਸੀਗਾ ਮੈਂ ਕਿਤੇ ਜਾਣਾ ਸੀ ਮੈਂ ਕਿਹਾ ਬੰਟੂ ਜੀ ਮੈਂ ਕੁਛ ਐਵੇਂ ਹੀ ਤੁਹਾਨੂੰ ਮਿਲਣ ਆਇਆ ਬਟ ਬਹੁਤ ਰਸ਼ ਹੈ ਕਹਿੰਦੇ ਨਹੀਂ ਨਹੀਂ ਮੈਂ ਤੇਰਾ ਫਟਾਫਟ ਆਡੀਸ਼ਨ ਕਰਵਾ ਦੇਤਾ ਹੂੰ ਆਡੀਸ਼ਨ ਕਰਾ ਕੇ ਤੂੰ ਚੱਲ ਜਾ ਆਡੀਸ਼ਨ ਸਕ੍ਰਿਪਟ ਪੜ੍ਹੀ ਮੈਂ ਕਿਹਾ ਜੀ ਬੰਟੂ ਜੀ ਟਾਈਮ ਲੱਗੇਗਾ ਤੇ ਕਹਿੰਦੇ ਨਹੀਂ ਨਹੀਂ ਤੇ ਕੋਈ ਜਿੰਨਾ ਵੀ ਟਾਈਮ ਹੈਗਾ ਤੂੰ ਕਰਕੇ ਤੇ ਤੂੰ ਬੇਸ਼ੱਕ ਇਹਨੂੰ ਫਿਨਿਸ਼ ਕਰਕੇ ਤੇ ਤੂੰ ਚਲਾ ਜਾ ਤੇ ਮੈਂ ਉਸ ਤੋਂ ਬਾਅਦ ਕੀ ਹੋਇਆ ਮੈਂ ਟੈਸਟ ਦਿੱਤਾ ਟੈਸਟ ਦੇ ਕੇ ਚਲਾ ਗਿਆ ਪਤਾ ਨਹੀਂ ਮੇਰੀ ਟੈਸਟ ਦੇਣ ਤੋਂ ਬਾਅਦ ਨਾ ਇੱਕ ਹਰ ਇੱਕ ਬੰਦੇ ਦੀ ਨਾ ਗਟ ਫੀਲਿੰਗ ਹੁੰਦੀ ਹੈ ਤੇ ਮੈਂ ਕਿਹਾ ਜੀ ਸੈਂਡੀ ਤਾਂ ਮੈਂ ਹੀ ਕਰਾਂਗਾ ਆਈਲ ਬੀ ਦ ਸੈਂਡੀ ਜਿਹੜੀ ਸਕ੍ਰਿਪਟ ਵਿੱਚ ਸੀਗਾ ਨਹੀਂ ਕੁਝ ਬਣਿਆ ਫਿਰ ਕਿਸੇ ਹੋਰ ਕੋਲ ਚਲੀ ਗਈ ਕਾਸਟਿੰਗ ਉਹਨਾਂ ਦਾ ਫੋਨ ਆਇਆ ਕਹਿੰਦੇ ਟੈਸਟ ਕਹਿੰਦੇ ਹमें सुधार नहीं चाहिए मैं कहा ठीक है जी 1.5 महीना निकल गया फिर दोबारा फ़ोन उन्होंने दोबारा रीटेस्ट ਲਈ बुलाया सारी टीम दोबारा बैठी दोबारा टेस्ट ਦਿੱਤਾ ਤੇ ਬਟ ਉਹ ਗਟ ਫੀਲਿੰਗ ਸੀਗੀ ਤੇ ਵੀ ਇਹ ਤਾਂ ਮੈਂ ਹੀ ਕਰੂੰਗਾ ਕਰਦੇ ਕਰਦੇ 3 ਮਹੀਨੇ ਨਿਕਲ ਗਏ 3 ਮਹੀਨੇ ਫਿਰ ਆਈ ਵਾਸ ਸ਼ੂਟਿੰਗ ਅਨਦਰ ਫਿਲਮ ਇਨ ਅੰਮ੍ਰਿਤਸਰ ਉੱਥੋਂ ਸ਼ੂਟ ਕਰ ਰਿਹਾ ਸੀ ਉੱਥੇ ਫੋਨ ਆਇਆ ਕਹਿੰਦੇ ਜੀ ਫਾਈਨਲ ਹੋ ਗਏ ਹੋ ਤੋ ਇੰਨੇ ਪੈਸੇ ਮਿਲਣਗੇ ਮੈਂ ਜੀ ਇੰਨੇ ਪੈਸੇ ਤਾਂ ਨਹੀਂ ਕਹਿੰਦੇ ਨਹੀਂ 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 ਸਾਰੀ ਟੀਮ ਨੂੰ ਇੰਨੇ ਪੈਸੇ ਦੇ ਰਹੇ ਮੈਂ ਕਿਹਾ ਜੀ ਮੈਂ ਇੰਨੇ ਘੱਟੋ ਘੱਟ ਲਵਾਂਗਾ ਬਿਕੋਜ਼ ਮੈਨੂੰ ਬੇਸ ਸ਼ਿਫਟ ਕਰਨਾ ਪਏਗਾ ਬੰਬੇ ਤੋਂ ਅਤੇ ਉਹਨਾਂ ਦਾ ਮੇਰਾ ਖਰਚਾ ਹੀ ਹੈ ਜਿੰਨਾ ਮੈਂ ਲੈ ਰਿਹਾ ਹੈਗਾ ਅਤੇ ਕਰਦੇ ਕਰਦੇ ਡਿਊ ਟੂ ਸਮ ਰੀਜ਼ਨ ਉਹ ਕਹਿੰਦੇ ਨਹੀਂ ਫਿਰ ਚੌਥੀ ਵਾਰ ਫੋਨ ਆਇਆ कहते जी ये लास्ट अमाउंट है मैं कहती ये मेरी लास्ट अमाउंट है ਉਹ ਕਰਦੇ ਕਰਦੇ ਸੌਟ ਹੋ ਗਿਆ ਫਿਰ ਉਹਨਾਂ ਨੇ ਦੁਬਾਰਾ ਬੰਬੇ ਬੁਲਾਇਆ ਇੱਕ ਰੀਡਿੰਗ ਸੈਸ਼ਨ ਸੀਗਾ ਨਹੀਂ ਕੰਟਰੈਕਟ ਹੋਇਆ ਸਾਰਾ ਕੁਝ ਹੋਇਆ ਕਰਦੇ ਮਤਲਬ 4.5 ਮਹੀਨੇ ਲੱਗੇ ਇਹਨੂੰ ਫਿਰ ਜਦੋਂ ਸ਼ੋਅ ਸਟਾਰਟ ਹੋਇਆ ਅਤੇ ਇਟ ਵੈਂਟ ਲਾਈਕ ਅ ਬੈਂਗ ਤੋਂ ਬੜਾ ਪਸੰਦ ਆਇਆ ਲੋਕਾਂ ਨੂੰ ਬੜਾ ਮਤਲਬ ਮੈਨੂੰ ਜੋ ਪਰਸਨਲੀ ਫੀਲ ਹੁੰਦਾ ਹੈ ਜ਼ੀ ਨੇ ਪੰਜਾਬ ਦੇ ਵਿੱਚ ਜਿਹੜੀ ਟੀਵੀ ਦੀ ਮਾਰਕੀਟ ਕਾਫੀ ਸਾਲ ਤੋਂ ਬੰਦ ਸੀ ਉਹ ਖੋਲ੍ਹੀ ਹੈ ਐਂਡ ਉਹ ਬੜਾ ਵੱਡਾ ਉਹਨਾਂ ਦਾ ਉਪਰਾਲਾ ਸੀਗਾ ਯੂ ਨੋ ਐਂਡ ਵਲੈਤੀ ਭਾਬੀ ਵਾਜ਼ ਵਨ ਆਫ ਦਾ ਪ੍ਰਾਈਮ ਸ਼ੋਜ਼ ਜੋ ਕਿ 9 ਵਜੇ ਆਉਂਦੇ ਸੀ ਬੜਾ ਪ੍ਰਾਈਮ ਟਾਈਮ ਹੈ ਕੰਪੀਟੀਸ਼ਨ ਬਹੁਤ ਸਟਰੋਂਗ ਸੀਗਾ ਕਿਉਂਕਿ ਇੱਕ ਐਸੀ ਆਡੀਅנס ਨੂੰ 9 ਵਜੇ ਸ਼ਿਫਟ ਕਰਨਾ ਹਿੰਦੀ ਚੈਨਲ ਟੂ ਅ ਪੰਜਾਬੀ ਚੈਨਲ ਜ਼ੋਰ ਚਾਹੀਦਾ ਹੈ ਮਤਲਬ ਐਵੇਂ ਨਹੀਂ ਤੁਸੀਂ ਤੁਹਾਨੂੰ ਬਹੁਤ ਜਿਗਰਾ ਚਾਹੀਦਾ ਇਹਨੂੰ ਕਰਨਾ ਬਟ ਇਟ ਵਾਸ ਗੁੱਡ ਜਰਨੀ ਸੋ ਅੱਗੇ ਹੁਣ ਜਿਵੇਂ ਇਹ ਤਾਂ ਅਸੀਂ ਤੁਹਾਡੀ ਪਾਸ ਦੀ ਗੱਲਾਂ ਦੇਖ ਲਈਆਂ ਜਰਨੀ ਦੇਖਿਆ ਸਟਰਗਲ ਦੇਖਿਆ ਕਾਫੀ ਸੋ ਇਹਦੇ ਦੌਰਾਨ ਕਿਉਂਕਿ ਸਟਰਗਲ ਕਾਫੀ ਲੰਬਾ ਹੋ ਗਿਆ ਆਲਮੋਸਟ 8-9 ਸਾਲ ਦਾ ਤਾਂ ਸਟਰਗਲ ਹੋ ਹੀ ਗਿਆ ਐਗਜ਼ੈਕਟਲੀ ਹੈ ਨਾ ਸੋ ਉਹਦੇ ਵਿੱਚ ਤੁਹਾਡੇ ਅਗਰ ਆਪਾਂ ਗੱਲ ਕਰੀਏ ਕਿਉਂਕਿ ਬਹੁਤ ਸਾਰੇ ਲੋਕੀ ਹੁੰਦੇ ਮੈਂ ਆਪਣੇ ਅੱਖੀਂ ਦੇਖੇ ਜੋ ਆਉਂਦੇ ਨੇ ਸਾਲ ਸਟਰਗਲ ਕਰਦੇ ਨੇ 2 ਸਾਲ ਸਟਰਗਲ ਕਰਦੇ ਨੇ ਹਾਰ ਕੇ ਕੋਈ ਜੌਬ ਫੜਦੇ ਨੇ ਚਲੇ ਜਾਂਦੇ ਨੇ ਥੱਕ ਜਾਂਦੇ ਨੇ ਬਹੁਤ ਘੱਟ ਲੋਕਾਂ ਦੇ ਵਿੱਚ ਹੁੰਦਾ ਹੈ ਗਟਸ ਕਿ ਕਰਨਾ ਤਾਂ ਆਹੀ ਕਰਨਾ ਚਾਹੇ 10 ਸਾਲ ਲੱਗਣ 20 ਸਾਲ ਲੱਗਣ ਸੋ ਇਹਦੇ ਵਿੱਚ ਜਿਹੜਾ ਤੁਹਾਡਾ ਵੀ ਮੈਂ ਉਹੀ ਤੁਸੀਂ ਵੀ ਉਹਨਾਂ ਲੋਕਾਂ 'ਚੋਂ ਤੁਸੀਂ ਵੀ ਸੋਚਿਆ ਸੀ ਕਿ ਕਰਨਾ ਤਾਂ ਆਹੀ ਕਰਨਾ ਸੋ ਇਹਦੇ ਵਿੱਚ ਹਿੰਮਤ ਵੀ ਕਈ ਵਾਰੀ ਟੁੱਟੀ ਹੋਣੀ ਹੈ ਕਈ ਵਾਰੀ ਦੇਖੋ ਇਹ ਹੱਸਦੇ ਚਿਹਰਿਆਂ ਦਾ ਇਹ ਮਤਲਬ ਜੋ ਹੈ ਨਾ ਇੱਕ ਵੀਡੀਓ ਵਾਇਰਲ ਹੋ ਰਹੀ ਕਿ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਕਿ ਨਾ ਸੋ ਜਿਵੇਂ ਉਹਦੇ ਵਿੱਚ ਵੀ ਵੀਡੀਓ 'ਚ ਵੀ ਕਹਿੰਦਾ ਕਿ ਹੱਸਦੇ ਚਿਹਰਿਆਂ ਦਾ ਇਹ ਮਤਲਬ ਨਹੀਂ ਸਾਨੂੰ ਬਸ ਤਕਲੀਫਾਂ ਨਾਲ ਲੜਨਾ ਆਉਂਦਾ ਸੋ ਤੁਹਾਡਾ ਤਕਲੀਫਾਂ ਨਾਲ ਲੜਨ ਦਾ ਜਿਹੜਾ ਮੰਤਰ ਆ ਉਹ ਕੀ ਹੈ ਦੇਖੋ ਜੀ ਤਕਲੀਫਾਂ ਤਾਂ ਆਈ ਥਿੰਕ ਹਰ ਸਟੇਜ 'ਤੇ ਆਈਆਂ ਔਰ ਮੈਨੂੰ ਇਹ ਵੀ ਪਤਾ ਹੈ ਕਿ ਅੱਗੇ ਵੀ ਆਉਣਗੀਆਂ ਕਿਉਂਕਿ ਯੂ ਨੋ ਸਮੂਥ ਰੋਡਸ ਨੈਵਰ ਮੇਕ ਗੁੱਡ ਡਰਾਈਵਰਸ ਅਤੇ ਉਹ ਤੁਹਾਨੂੰ ਆਈ ਥਿੰਕ ਤੁਹਾਡੀ ਜਿਹੜੀ ਹਸਲ ਹੈ ਤੁਹਾਡਾ ਜਿਹੜੀ ਤੁਹਾਡੇ ਸਰੀਰ 'ਚ ਕਿੰਨੀ ਅੱਗ ਹੈ ਵੀ ਤੁਸੀਂ ਹਾਊ ਬੈਡਲੀ ਯੂ ਵਾਂਟ ਟੂ ਡੂ ਇਟ ਉਹ ਬਹੁਤ ਡਿਪੈਂਡ ਕਰਦਾ ਤੁਸੀਂ ਹੰਗਰੀ ਕਿੰਨੇ ਹੈਗੇ ਹੋ ਤੁਸੀਂ ਭੁੱਖੇ ਕਿੰਨੇ ਹੋ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਤੁਸੀਂ ਉਸ ਚੀਜ਼ ਲਈ ਕਿੰਨੀ ਦੂਰ ਤੱਕ ਜਾ ਸਕਦੇ ਹੋ ਉਹ ਬਹੁਤ ਜ਼ਰੂਰੀ ਬੜੇ ਸਾਰੇ ਲੋਕ ਕਹਿੰਦੇ ਹਨ ਹਾਂਜੀ ਭੁੱਖ ਲੱਗੀ ਹੈ ਮਾਰਕੀਟ ਗੇੜਾ ਮਾਰ ਲਿਆ ਨਹੀਂ ਮੇਰੀ ਚੱਲ ਯਾਰ ਭੁੱਖੇ ਸੋ ਜਾਈਏ ਇੱਕ ਹੁੰਦਾ ਯਾਰ ਇਹ ਚੀਜ਼ ਚਾਹੀਦੀ ਹੈ ਜਿੱਥੋਂ ਮਰਜ਼ੀ ਲੈ ਕੇ ਉਹ ਨਹੀਂ ਪਤਾ ਬਟ ਚਾਹੀਦੀ ਹੈ ਉੱਥੇ ਫਿਰ ਤੁਹਾਨੂੰ ਨਾ ਆਪਣਾ ਇੰਟਰਨਲ ਯੂ ਨੋ ਜਿਹੜਾ ਅਸੀਂ ਫਿਰ ਰਸਤੇ ਲੱਭਦੇ ਆਂ ਵੀ ਆਹ ਦੁਕਾਨ ਨਹੀਂ ਤਾਂ ਉਹ ਖੁੱਲੀ ਯੈਸ ਉਹਦੇ ਵਿੱਚ ਪ੍ਰੈਪਰੇਸ਼ਨਸ ਹੁੰਦੀਆਂ ਪਲੈਨਿੰਗ ਹੁੰਦੀ ਹੈ ਤੁਸੀਂ ਮਤਲਬ ਇਟਸ ਨਾਟ ਈਜ਼ੀ ਕਿਉਂਕਿ ਤੁਸੀਂ ਜੇ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਔਰ ਤੁਸੀਂ ਉਸ ਚੀਜ਼ ਪਿੱਛੇ ਦੇਖੋ ਤੁਹਾਨੂੰ ਪਾਗਲ ਹੋਣਾ ਪੈਂਦਾ ਹੈ
ਤੁਹਾਨੂੰ ਮਤਲਬ ਬੇਪਰਵਾਹ ਹੋਣਾ ਪੈਂਦਾ, ਪਾਗਲ ਹੋਣਾ ਪੈਂਦਾ ਕਿ ਚੀਜ਼ ਚਾਹੀਦੀ ਹੈ ਤੇ ਚਾਹੀਦੀ ਹੈ, ਜਿਵੇਂ ਮਰਜ਼ੀ ਚਾਹੀਦੀ ਹੈ, ਮੈਨੂੰ ਨਹੀਂ ਪਤਾ, ਇੱਥੇ ਪਹੁੰਚਣਾ ਹੈ, ਸੜਕਾਂ ਟੁੱਟੀਆਂ ਗਿੱਲੀਆਂ ਬਾਰਿਸ਼ ਜੋ ਮਰਜ਼ੀ, ਪਹੁੰਚਣਾ ਹੈ ਤੇ ਪਹੁੰਚਣਾ ਹੈ। ਸੋ ਇਹਦੇ ਵਿੱਚ ਜਦੋਂ ਤੁਸੀਂ ਕਦੀ ਡਰਦੇ ਵੀ ਹੋਵੋਗੇ ਵੀ ਯਾਰ ਮੈਂ ਕਰ ਪਾਉਂਗਾ ਕਿ ਨਹੀਂ, ਹੈ ਨਾ? ਦੇਖੋ ਡਰ ਤਾਂ ਹਰ ਸਟੇਜ ਤੇ ਹੁੰਦਾ ਹੈ, ਇਨਸਿਕਿਉਰਿਟੀਜ਼ ਹੁੰਦੀਆਂ, ਬਟ ਆਈ ਥਿੰਕ ਜੇ ਤੁਹਾਡੇ ਅੰਦਰ ਇੰਨਾ ਕੌਨਫੀਡੈਂਸ ਹੈਗਾ ਕਿ ਆਈ ਵਿਲ ਡੂ ਇਟ ਔਰ ਆਈ ਕੈਨ ਡੂ ਇਟ ਔਰ ਆਈ ਸ਼ੈਲ ਡੂ ਇਟ, ਇਹਦੇ ਵਿੱਚ ਜਿਹੜੀ ਤੁਹਾਡਾ ਤੁਹਾਡਾ ਵਿਜ਼ਨ ਕਲੀਅਰ ਹੈ ਨਾ ਕਿ ਮੈਂ ਇੱਥੇ ਪਹੁੰਚਣਾ ਹੈ, ਕਿਵੇਂ ਪਹੁੰਚਣਾ ਨਹੀਂ ਪਤਾ ਬਟ ਪਹੁੰਚਣਾ ਹੈ, ਤੇ ਤੁਸੀਂ ਰਸਤੇ ਲੱਭ ਲੈਂਦੇ ਹੋ। ਤੁਸੀਂ ਚੀਜ਼ਾਂ ਨੂੰ, ਮੈਂ ਐਸੀ ਓਪਰਚੁਨਿਟੀਜ਼ ਵੀ ਆਪਣੇ ਵਾਸਤੇ ਕ੍ਰੀਏਟ ਕੀਤੀਆਂ ਹੋਈਆਂ ਬਿਕੋਜ਼ ਆਈ ਵਾਂਟਡ ਟੂ। I tested for a commercial called Sahara Water, ਸਹਾਰਾ ਦਾ ਇੱਕ ਟੈਸਟਿੰਗ ਹੋ ਰਹੀ ਸੀ, ਤੇ ਉੱਥੇ ਉਹਨਾਂ ਨੂੰ ਦੇ ਵਾਂਟਡ 50 to 60 years ਸਰਦਾਰ ਜੀ, ਤੇ मैं ਉੱਥੇ पहुंच गया, मैं पहुंचा, कहते सर नहीं आप तो 22 साल के 23 साल के हो, तो मैं 50 साल के को चाहिए। मैं कहा जी ओके, मैं ਉੱਥੇ ਜਾਣ ਲੱਗਿਆ, कहते 5 मिनट वेट करो बाहर। मैं कहा ठीक है जी वेट कर लेने, ਤੇ ਵੇਟ ਕੀਤਾ, ਉਹਨਾਂ ਨੇ ਮੈਨੂੰ ਅੱਧੇ ਘੰਟੇ ਬਾਅਦ ਬੁਲਾਇਆ, ਸਰ ਇੱਕ ਟੈਸਟ ਦੇ ਜਾਓ। ਮੈਂ ਦਿੱਤਾ ਟੈਸਟ, 50 years ਦੀ ਜਿਹੜਾ ਸਕਰੀਨ ਏਜ ਦਾ ਟੈਸਟ ਉਹਨਾਂ ਨੇ ਮੇਰੇ ਤੋਂ ਲੈ ਕੇ ਰੱਖ ਲਿਆ। 2 दिन बाद दोबारा बुलाया, कहते सर हमारे साथ पहली बार हुआ ऐसे। मैं जी क्या हुआ? कहते जी हमने आपके कारण जितनी कास्ट फाइनल हुई थी वो चेंज कर दी। मैं कहा सर क्यों? कहते बिकॉज वी वांटेड यू। मैं कहा मतलब? कहते हमें एक 50 years का सरदार जी चाहिए थे, बट व्हेन यू टेस्टेड, पता नहीं आपके टेस्ट में ऐसा क्या था कि हमने पूरी कास्ट चेंज कर दी, हमने नई स्क्रिप्ट बनाई, नई कास्टिंग की, लड़की फाइनल थी, फादर फाइनल थे, काटे, आपको लाए, आपका एक छोटा बेटा लाए, आपकी वाइफ लाए, नाउ यू आर फाइनलाइज्ड। सो कुछ चीज़ां देखो घरों निकलना पैंदा है। जे थोड़े अगे पानी का गिलास पिया है, इफ यू वांट टू ड्रिंक वाटर, थोनू गिलास चक के बुल्लां दे नाल लाना पएगा, आपे पानी उड़ के नहीं थोड़े मुंह च पएगा। सो आई वर्क ऑन दैट स्ट्रैटेजी। ਸੋ ਦੇਖੋ ਵही ਸਵਾਲ ਉਹੀ ਰਹਿ ਗਿਆ ਕਿ ਇਹ ਤਾਂ ਹੋ ਗਿਆ ਕਿ ਤੁਸੀਂ ਦੱਸ ਰਹੇ ਹੋ ਇਹ ਵੀ ਕਰਨਾ ਪੈਂਦਾ ਹੈ ਨਾ, ਤਾਂ ਤੁਸੀਂ ਦੱਸ ਰਹੇ ਹੋ ਮੰਤਰ ਕੀ ਹੈ, ਮੈਂ ਜਾਣਨਾ ਚਾਹੂੰਗੀ। ਕਰਨਾ ਪੈਂਦਾ ਹੈ ਇਹ ਦਿਮਾਗ ਦੇ ਵਿੱਚ ਰੱਖਣ ਦਾ ਵੀ ਹਾਂ ਕੋਈ ਨਹੀਂ ਕਵਲ ਕਰਨਾ, ਆਪਾਂ ਕਰਨਾ, ਇਹਦਾ ਮੰਤਰ ਕੀ ਹੈ? ਵੀ ਕਿੱਥੋਂ ਇੰਨੀ ਹਿੰਮਤ ਆਉਂਦੀ ਹੈ, ਕਿੱਦਾਂ ਸੋਚਦੇ ਹੋ? ਤੁਹਾਨੂੰ ਨਾ ਮਤਲਬ ਜਿਵੇਂ ਉਹ ਤੁਹਾਡਾ ਟਾਈਮ ਨਿਕਲਿਆ ਕਿ ਜਦੋਂ ਕੰਮ ਨਹੀਂ ਮਿਲ ਰਿਹਾ, ਕੀ ਕੁਐਸਚਨ ਮਾਰਕ ਹੈ ਨਾ, ਜੋ ਤੁਸੀਂ ਸੋਚਿਆ ਸੀ ਵੀ ਕਿੱਥੇ ਕਮੀ ਹੈ, ਉਸ ਵੇਲੇ ਹਿੰਮਤ ਦਾ ਸੋਰਸ ਕੀ ਸੀ? ਉਸ ਵੇਲੇ ਦਿਮਾਗ 'ਚ ਕੀ ਚੱਲਦਾ ਸੀ? ਦੇਖੋ ਲਾਈਫ ਦੇ ਵਿੱਚ ਨਾ ਨੈਗੇਟਿਵਿਟੀ ਔਰ ਪੋਜ਼ਿਟਿਵਿਟੀ ਦੋਨਾਂ 'ਚ ਹੁੰਦੀ ਹੈ। ਤੁਹਾਨੂੰ ਪੋਜ਼ਿਟਿਵਿਟੀ ਨੂੰ ਇੰਪੋਰਟੈਂਸ ਦੇਣੀ ਹੈ ਕਿ ਨੈਗੇਟਿਵਿਟੀ ਨੂੰ ਇੰਪੋਰਟੈਂਸ ਦੇਣੀ ਹੈ? ਹੁਣ ਜਿਵੇਂ ਮੈਂ ਪਿਛਲੇ 1 ਮਹੀਨੇ ਤੋਂ आई थिंक कोई शूट नहीं किया, ਵਿਆਹ ਸੀਗਾ, ਵਿਆਹ 'ਚ ਬਿਜ਼ੀ ਹੋ ਗਿਆ, ਫਿਰ ਬਾਹਰ ਚਲਾ ਗਿਆ, ਹੁਣ ਵਾਪਸ ਆਇਆ। ਕੱਲ ਮੈਂ ਆਪਣੀ ਡਾਇਰੀ ਖੋਲ ਕੇ ਬੈਠਾ ਸੀ, ਮੈਂ ਸਵੇਰ ਤੋਂ ਲੈ ਕੇ ਸ਼ਾਮ ਦੇ 6 ਵੱਜ ਗਏ, ਨਹਾਤਾ ਵੀ ਨਹੀਂ ਸਵੇਰੇ, ਕੰਮ ਕਰੀ ਜਾ ਰਿਹਾ, ਚੀਜ਼ਾਂ ਜੁੜੀ ਜਾ ਰਹੀਆਂ। ਲਾਈਟ ਗਈ, ਮਤਲਬ ਸਨਲਾਈਟ ਗਈ, ਅੰਦਰ ਆਇਆ। आई थिंक मैं कल शामी 7:30 ਵਜੇ ਨਹਾਤਾ, मैं पता ही नहीं की लिखी जा रहा, मैनू नहीं पता, बट ਮੈਨੂੰ ਇਹ ਵੀ ਯਾਰ ਬੜੇ ਟਾਈਮ ਤੋਂ ਨਾ ਕੁਝ ਲਿਖਿਆ ਨਹੀਂ ਹੈ। ਮੈਂ ਇੱਕ ਪੇਜ ਲਿਖਣ ਬੈਠਾ, ਆਈ ਥਿੰਕ ਮੈਂ 34-35 ਪੇਜ ਲਿਖਤੇ। ਚੀਜ਼ਾਂ ਕਨੈਕਟ ਹੋਈ ਜਾਂਦੀਆਂ ਕੁਛ ਨਾ ਕੁਛ, ਬਟ ਯੂ ਹੈਵ ਟੂ ਬੀ ਪੋਜ਼ਿਟਿਵ। ਮੰਤਰਾ ਸਿਰਫ ਇਹੀ ਹੈ ਕਿ ਤੁਸੀਂ ਜਿੰਨਾ ਜ਼ਿਆਦਾ ਪੋਜ਼ਿਟਿਵ ਸੋਚੋਗੇ, ਜਿੰਨਾ ਜ਼ਿਆਦਾ ਨੈਗੇਟਿਵ ਨੂੰ ਡਿਸਕਾਰਡ ਕਰੋਗੇ, ਚੀਜ਼ਾਂ ਜੁੜਨਗੀਆਂ। ਦੇਖੋ ਮੈਂ ਐਨਰਜੀ 'ਚ ਬਹੁਤ ਬਿਲੀਵ ਕਰਦਾ ਕਿ ਤੁਹਾਡੀ ਐਨਰਜੀ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ। ਹੁਣ ਮੈਂ ਸੋਚੀ ਯਾਰ ਕੰਮ ਨਹੀਂ ਹੈਗਾ, ਯਾਰ ਕੀ ਹੈ ਯਾਰ, ਕੰਮ ਕਿਉਂ ਨਹੀਂ ਹੈ? ਆਈ ਸ਼ੁੱਡ ਫੋਕਸ ਔਨ ਦੈਟ। ਕੰਮ ਨਹੀਂ ਹੈ ਉਹ 'ਤੇ ਫੋਕਸ ਹੀ ਨਹੀਂ ਨਾ ਕਰਨਾ, ਅੱਗੇ ਵਧਣ 'ਤੇ ਫੋਕਸ ਕਰੋ। ਜੋ ਚੀਜ਼ ਪਿੱਛੇ ਰਹਿ ਗਈ ਛੱਡ ਦਿਓ। ਆਲਵੇਜ਼ ਫੋਕਸ ਔਨ ਦ ਪੋਜ਼ਿਟਿਵਿਟੀ, ਡਿਸਕਾਰਡ ਦ ਨੈਗੇਟਿਵਿਟੀ। ਨੈਗੇਟਿਵਿਟੀ ਕਈ ਵਾਰ ਭਾਰੀ ਵੀ ਹੋ ਜਾਂਦੀ ਹੈ, ਤੁਹਾਨੂੰ ਲੜਨਾ ਪੈਂਦਾ, ਤੁਹਾਨੂੰ ਫਾਈਟ ਕਰਨਾ ਪੈਂਦਾ, ਤੁਸੀਂ ਹਾਰਦੇ ਵੀ ਹੋ, ਡਿੱਗਦੇ ਵੀ ਹੋ, ਬਟ ਯੂ ਹੈਵ ਟੂ ਬੀ ਸਟਰੋਂਗ।
ਵੈਰੀ ਨਾਈਸ ਵੈਰੀ ਨਾਈਸ। ਅੱਛਾ, ਤੁਹਾਡੀ ਸਹੁੰ ਲੱਗੇ ਸੱਚੀ ਮੇਰੇ ਨਾਲ ਪਹਿਲੀ ਵਾਰੀ ਹੋਇਆ ਕਿ ਮੈਂ ਤੁਹਾਡੀ ਗੱਲਾਂ 'ਚ ਇੰਨਾ ਜ਼ਿਆਦਾ ਧਿਆਨ ਨਾਲ ਸੁਣ ਰਹੀ, ਧਿਆਨ ਨਾਲ ਵੀ ਅਗਲਾ ਸਵਾਲ ਹੀ ਕੁਛ ਨਹੀਂ ਹੈਗਾ ਦਿਮਾਗ 'ਚ, ਭੁੱਲ ਗਈਆਂ ਵੀ ਅੱਗੇ ਕੀ ਪੁੱਛਣਾ ਹੈ। ਚਲੋ, ਪਰ ਇੱਦਾਂ ਨਹੀਂ ਹੈ। ਸੋ ਕਮਲ ਜੀ, ਜਿਵੇਂ ਕਿ ਅਸੀਂ ਤੁਹਾਡੀ ਹੁਣ ਤੱਕ ਜਰਨੀ ਦੇਖੀ, ਜੋ ਆਉਣ ਵਾਲੇ ਪ੍ਰੋਜੈਕਟ ਅੱਗੇ ਕੀ ਕੀ ਆ ਰਿਹਾ ਹੀਰੋਪੰਤੀ ਤੋਂ ਇਲਾਵਾ, ਜਾਂ ਫਿਲਹਾਲ ਸਾਈਡ ਬਾਏ ਸਾਈਡ? ਅੱਛਾ, ਤੁਹਾਡੇ ਗਾਣੇ ਵੀ ਸਾਈਡ ਬਾਏ ਸਾਈਡ ਸ਼ੂਟ ਹੋ ਰਹੇ ਨੇ, ਜਿੱਥੇ ਅਸੀਂ ਫਿਲਹਾਲ ਸਟੂਡੀਓ ਬੈਠੇ ਹੋਏ ਹਾਂ, ਮੈਗਨੀਫੀਸੈਂਟ ਹੈ ਨਾ ਫਿਲਮ ਪ੍ਰੋਡਕਸ਼ਨਸ ਦੇ ਵਿੱਚ ਅਸੀਂ ਬੈਠੇ ਹੋਏ ਹਾਂ, ਤੇ ਇਹਨਾਂ ਦੇ ਨਾਲ ਹੀ ਤੁਹਾਡੇ ਅੱਗੇ ਪ੍ਰੋਜੈਕਟਸ ਆ ਰਹੇ ਨੇ। ਪਲੀਜ਼ ਉਹ ਅਸੀਂ ਜਾਣਨਾ ਚਾਹਾਂਗੇ, ਅੱਗੇ ਕਿਹੜੇ ਕਿਹੜੇ ਪ੍ਰੋਜੈਕਟਸ ਆ ਰਹੇ ਨੇ? ਦੇਖੋ ਜੀ, ਕਾਫੀ ਸਾਰੇ ਪ੍ਰੋਜੈਕਟਸ 2022 ਤਾਂ ਮਤਲਬ ਆਈ ਥਿੰਕ ਬਾਬਾ ਜੀ ਦੀ ਮਿਹਰ ਹੈਗੀ ਹੈ ਕਿ 22 ਇਜ਼ ਲੋਡਡ ਵਿਦ ਪ੍ਰੋਜੈਕਟਸ। ਅਤੇ ਅਸੀਂ ਸਭ ਤੋਂ ਪਹਿਲੇ ਤਾਂ ਇੱਕ ਗਾਣਾ ਕੱਢ ਰਹੇ ਹੈਗੇ ਹਾਂ, ਦ ਵੈਡਿੰਗ, ਮੈਂ ਗਾਇਆ ਹੈਗਾ। ਮੈਂ ਪੂਰੀ ਕੋਸ਼ਿਸ਼ ਹੈ ਮੇਰੀ ਕਿ ਆਉਣ ਵਾਲੇ 50 ਸਾਲ ਤੱਕ ਉਹ ਗਾਣਾ ਠਾ ਕਰਕੇ ਵੱਜੇਗਾ। ਬਹੁਤ ਇੱਕ ਤਰੀਕੇ ਦਾ ਦੇ ਰਹੇ ਹੋ, ਐਵਰਗ੍ਰੀਨ ਸੌਂਗ ਦੇ ਰਹੇ ਹੋ, ਕਿ ਜਿਹੜਾ ਹਰ ਗਾਣੇ ਮਤਲਬ ਕੀ ਕਹਿੰਦੇ ਉਹਨੂੰ, ਐਂਥਮ ਦੇ ਰਹੇ ਹੋ, ਵੈਡਿੰਗ ਐਂਥਮ ਪਲਾਨ ਕੀਤਾ ਹੈਗਾ ਹੈ ਨਾ। ਅਤੇ ਉਹ ਮਤਲਬ ਬਹੁਤ ਰੀਝਾਂ ਨਾਲ ਬਣਾਇਆ ਹੈ। ਅੱਛਾ ਦੀਦੀ, ਹੁਣ ਇੰਨੀ ਤਾਰੀਫ ਸੁਣ ਲਿਆ, ਮੈਂ ਪਹਿਲੇ ਗਾਣਾ ਸੁਣਨਾ ਚਾਹੂੰਗੀ, ਗਾਣੇ ਦੀ ਜਰਨੀ ਆਪਾਂ ਬਾਅਦ 'ਚ ਸੁਣਾਂਗੇ ਪਲੀਜ਼। ਠੀਕ ਹੈ ਜੀ, ਗਾਣਾ ਸੁਣਾ ਦਿੰਦੇ ਹਾਂ। गाना ऑडियो प्लेटफॉर्म से ऑलरेडी रिलीज हो चुके हैं, ठीक है। हो चारे पासे रौनकां लगियां देख रकाने, विच खुशी दे नचदे टपदे की चाचे की मामे, हो विच खुशी दे नचदे टपदे की चाचे की मामे, हो यारा बेलियां ने देख पाया अज गाए, नच लो जी सारे, हो नच लो जी सारे, थोड़े वीरे दा विआह है, नच लो जी सारे, थोड़ी भाभी दा विआह है। ਵੈਰੀ ਨਾਈਸ। ਇਹ ਤਾਂ ਓਬਵੀਅਸਲੀ ਗੱਲ ਹੈ ਕਿ ਇਹ ਵੈਡਿੰਗ ਐਂਥਮ ਕਾਈਂਡ ਆਫ ਹੋਏਗਾ, ਕਿਉਂਕਿ ਜਿਹਦੇ ਵੀ ਵੀਰ ਦਾ ਵਿਆਹ ਹੋਏਗਾ, ਜਿਹਦੀ ਵੀ ਭਾਬੀ ਦਾ ਵਿਆਹ ਹੋਏਗਾ, ਉਹ ਵੀਰ ਦਾ ਮਤਲਬ ਅਗਰ ਕੁੜੀ ਵਾਲੇ ਹੈ ਤਾਂ ਮੁੰਡੇ ਵਾਲੇ ਗਾਣਾ ਵਜਾ ਦੇਣਗੇ, ਮਤਲਬ ਹਰ ਵਿਆਹ 'ਚ ਗਾਣਾ ਜ਼ਰੂਰ ਵੱਜੇਗਾ। ਸੋ ਤੁਸੀਂ ਸਭ ਤੋਂ ਹੁਣ ਆਏ ਨੇ, ਕਿਉਂ ਕੁੜੀਆਂ ਨੇ ਇੰਨਾ ਧੱਕਾ ਕੀਤਾ, ਮੈਨੂੰ ਇਹ ਦੱਸੋ। ਕਿੰਨੀਆਂ ਹਲੇ ਤੁਹਾਡੀ ਫੈਨ ਫੋਲੋਇੰਗ ਜਿਹੜੀ ਹੈ ਆਲਰੇਡੀ, ਚਲੋ ਤੁਸੀਂ ਤੁਹਾਡੀ ਬਣਨੀ ਸਟਾਰਟ ਹੋਈ ਹੈ, ਅੱਗੇ ਜਾ ਕੇ ਹੋਰ ਬਣਨੀ ਸੀਗੀ, ਕੁੜੀਆਂ ਨਾਲ ਕਿਉਂ ਧੱਕਾ ਕੀਤਾ? ਹੁਣ ਜਿਹੜੀਆਂ ਕੁੜੀਆਂ ਨੂੰ ਸੋਹਣੇ ਸਰਦਾਰ ਮੁੰਡੇ ਪਸੰਦ ਹੁੰਦੇ ਆ, ਉਹਨਾਂ ਦਾ ਤਾਂ ਤੁਸੀਂ ਦਿਲ ਤੋੜਤਾ ਨਾ ਵਿਆਹ ਕਰਾ ਕੇ। ਦੇਖੋ ਜੀ, ਇੱਦਾਂ ਹੈ, ਦੁਨੀਆ ਦੇ ਉੱਤੇ ਹੋਰ ਵੀ ਬੜੇ ਸੋਹਣੇ ਸਰਦਾਰ ਮੁੰਡੇ ਹੈਗੇ, ਮੈਂ ਧੱਕਾ ਥੋੜਾ ਜਿਹਾ ਸ਼ਿਫਟ ਕੀਤਾ ਉਹਨਾਂ ਵੱਲ। ਦੇਖੋ ਹਰ ਜਗ੍ਹਾ 'ਚ ਮੈਂ ਆਈ ਜਾਵਾਂਗਾ ਤਾਂ ਬਾਕੀਆਂ ਦੀ ਵਾਰੀ ਕਿਵੇਂ ਆਏਗੀ? ਮੈਂ ਲੋਕਾਂ ਲਈ ਦਰਵਾਜ਼ੇ ਖੋਲ੍ਹੇ ਹੈ ਕਿ ਭਾਈ ਬਹੁਤ ਸੋਹਣੀ ਕੁੜੀਆਂ ਬੈਠੀਆਂ, ਤੇ ਜਾਓ ਨਿਗਾਹ ਮਾਰੋ ਉਹਨਾਂ ਦੇ ਉੱਤੇ। ਸਮਾਰਟ ਆਨਸਰ। ਸੋ ਵੈਸੇ ਤਾਂ ਅਸੀਂ ਵਾਅਦਾ ਕੀਤਾ ਨਾ ਕਿ ਵੈਲੈਂਟਾਈਨਸ ਦੇ ਉੱਤੇ ਤੁਹਾਡੀ ਲਵ ਸਟੋਰੀ ਜਾਣਨੀ ਹੈ ਸੀ, ਬਟ ਸਟਿਲ ਥੋੜਾ ਕੁਛ ਦੱਸੋ ਸਾਨੂੰ, ਕਿੱਦਾਂ ਭਾਬੀ ਨੂੰ ਮਿਲੇ, ਕਿੱਦਾਂ ਵੀਰ ਦੀ ਵੈਡਿੰਗ ਹੋਈ? ਵੀ ਵਰ ਫਰੈਂਡਸ ਔਨ ਫੇਸਬੁੱਕ, ਕਾਫੀ ਟਾਈਮ ਤੋਂ ਫਰੈਂਡ ਸੀਗੇ, ਅਤੇ ਬਸ ਫਿਰ ਉਹ ਗੱਲਾਂ ਬਾਤਾਂ ਹੋਈਆਂ, ਮਿਲੇ, ਬੜੀ ਜਿਹੜੀ ਇਨੀਸ਼ੀਅਲ ਬਿਗਨਿੰਗ ਸੀ ਬੜੀ ਨੋਰਮਲ ਸੀਗੀ, ਜਿਵੇਂ ਹੁੰਦੀ ਹੈ ਨਾ। ਫਿਰ ਉਸ ਤੋਂ ਬਾਅਦ ਕੋਵਿਡ ਆ ਗਿਆ, ਕੋਵਿਡ 'ਚ ਗੱਲਾਂ ਹੋਈਆਂ, ਇੱਕ ਦੋ ਵਾਰ ਬਹਿਸ ਬਸਾਈ ਵੀ ਹੋ ਗਈ ਸੀ, ਹੈ ਨਾ। ਅਤੇ ਮਤਲਬ ਮੈਂ ਇਸ ਚੀਜ਼ 'ਚ ਬਹੁਤ ਬਿਲੀਵ ਕਰਦਾ ਕਿ ਤੁਸੀਂ, ਆਈ ਡਿਡਨਟ ਵਾਂਟਡ ਟੂ ਗੈਟ ਮੈਰਿਡ, ਮਤਲਬ ਮੈਂ ਵਿਆਹ ਨਹੀਂ ਹਜੇ ਕਰਾਉਣਾ ਚਾਹੁੰਦਾ ਸੀਗਾ, ਅਤੇ ਉਹ ਬਸ ਆਈ ਥਿੰਕ ਸਬੱਬ ਬਣ ਗਿਆ। ਵੈਸੇ ਸੱਚੀ ਦੱਸਾਂ ਤਾਂ ਇਹ ਸਰਪ੍ਰਾਈਜ਼ ਹੀ ਸੀਗਾ, ਕਿਉਂਕਿ ਮੈਨੂੰ ਵੀ ਨਹੀਂ ਲੱਗਿਆ ਸੀਗਾ ਕਿ, ਕਿਉਂਕਿ ਇਸ ਜਿਹੜੀ ਸਾਡੀ ਫੀਲਡ ਦੇ ਲੋਕ ਹੈ, ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਬਹੁਤ ਘੱਟ ਵਿਆਹ ਕਰਾਉਂਦੇ ਨੇ, ਮਤਲਬ ਬਹੁਤ ਜਲਦੀ ਵਿਆਹ ਨਹੀਂ ਕਰਾਉਂਦੇ, ਬਹੁਤ ਘੱਟ ਹੈ ਕਿ ਸਾਰੇ ਮਤਲਬ 30s ਤੋਂ ਪਹਿਲੇ ਕੋਈ ਵਿਆਹ ਕਰਵਾ ਲੇ ਇਸ ਲਾਈਨ ਦੇ ਵਿੱਚ। ਅਗਰ ਕਰਾ ਵੀ ਲੈਂਦੇ ਨੇ ਤਾਂ ਰਿਵੀਲ ਨਹੀਂ ਕਰਦੇ ਜਲਦੀ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਵੀ ਸਵੇਰੇ ਉੱਠੀ ਔਰ ਇੱਕ ਦਿਨ ਨਾ ਮੇਰੇ ਨਾਲ ਦੇ ਜਿਹੜੇ ਸਾਡੇ ਮਿਊਚੁਅਲ ਹੈਗੇ, ਉਹਨਾਂ ਨੇ ਫੋਟੋਆਂ ਪਾਈਆਂ ਹੋਈਆਂ, ਮੈਂ ਕਿਹਾ ਆਹ ਕੀ ਚੱਕਰ ਪੈ ਗਿਆ। ਮੈਂ ਇੱਕ ਚੀਜ਼ ਹੋਰ ਬਿਲੀਵ ਕਰਦਾ ਕਿ ਜੇ ਕੋਈ ਕੰਮ ਕਰਨਾ ਹੈ ਤਾਂ ਹਿੱਕ ਠੋਕ ਕੇ ਕਰੋ, ਨਹੀਂ ਤਾਂ ਨਾ ਕਰੋ। ਮਤਲਬ ਮੈਂ ਉਹਨਾਂ 'ਚੋਂ ਨਹੀਂ ਹੈਗਾ ਕਿ ਵਿਆਹ ਕਰਾ ਲਿਆ, ਸੋਸ਼ਲ ਮੀਡੀਆ 'ਤੇ ਨਹੀਂ ਪਾਇਆ, ਹਾਏ ਲੋਕਾਂ ਨੂੰ ਨਾ ਪਤਾ ਚੱਲ ਜੇ, ਨਹੀਂ। ਸੀ ਵਾਟ ਆਈ ਐਮ ਆਊਟਸਾਈਡ ਆਈ ਐਮ ਇਨਸਾਈਡ, ਵਾਟ ਆਈ ਐਮ ਇਨਸਾਈਡ ਆਈ ਐਮ ਆਊਟਸਾਈਡ, ਬਿਕੋਜ਼ ਉਹ ਗਲਿਚ ਨਹੀਂ ਵੀ ਤੁਸੀਂ ਹੈਗੇ ਕੁਛ ਹੋਰ, ਉਹ ਦਿਖਾ ਕੁਛ ਹੋਰ ਰਹੇ ਹੋ, ਨਹੀਂ। ਹੋ ਗਿਆ ਤੇ ਹੁਮਾ ਕੇ ਹੋਇਆ, ਤੇ ਉਹ ਮੈਂ ਉਸ ਚੀਜ਼ 'ਚ ਬਿਲੀਵ ਕਰਦਾ ਕਿ ਹੈ ਤੇ ਹੈ, ਨਹੀਂ ਹੈ ਤੇ ਨਹੀਂ ਹੈ। ਅੱਛਾ, ਵੈਸੇ ਗੱਲ ਉੱਥੇ ਰੁਕੀ ਹੋਈ ਸੀ ਕਿ ਥੋੜੀ ਬਹਿਸ ਬਸਾਈਆਂ ਹੋਈਆਂ, ਲੋਕਡਾਊਨ ਲੱਗਿਆ, ਸਬੱਬ ਕਿਤੇ ਅੱਗੇ ਫਿਰ ਸਬੱਬ ਬਣ ਗਿਆ। ਬਸ ਫਿਰ ਮੈਂ ਮਤਲਬ ਆਈ ਆਸਕਡ ਹਰ ਵੈਰੀ ਕੈਜੂਅਲੀ ਕਿ ਆਈ ਵਾਂਟ ਟੂ, ਯੂ ਨੋ, ਆਈ ਵੁਡ ਲਾਈਕ ਟੂ ਸੀ ਮਾਈ ਫਿਊਚਰ ਵਿਦ ਯੂ, ਅਤੇ
ਉਹ ਤਾਂ ਜੀ ਬੰਦਾ ਅੱਗੋਂ ਤਿਆਰ ਬੈਠਾ ਹੁੰਦਾ, ਅੱਛਾ ਹਾਂ ਠੀਕ ਹੈ ਜੀ ਬਿਲਕੁਲ ਠੀਕ ਹੈ। ਤੇ ਉਹ ਆਈ ਥਿੰਕ ਇਹ ਚੀਜ਼ਾਂ ਨਾ ਉਦੋਂ ਹੀ ਹੁੰਦੀਆਂ ਜਦੋਂ ਹੋਣੀਆਂ ਹੁੰਦੀਆਂ। ਇਹਦੀ ਤੁਸੀਂ ਮਤਲਬ ਜਿੰਨੀ ਤਿਆਰੀ ਕਰ ਲਓ, ਪਲੈਨਿੰਗ ਕਰ ਲਓ, ਇਟ ਇਜ਼ ਆਲ ਵੇਸਟ। ਜਦੋਂ ਰੱਬ ਦੀ ਨਜ਼ਰ ਸਵੱਲੀ ਹੁੰਦੀ ਹੈ ਨਾ, ਉਦੋਂ ਇਹ ਚੀਜ਼ਾਂ ਹੁੰਦੀਆਂ, ਨਹੀਂ ਤੇ ਨਹੀਂ ਹੁੰਦੀਆਂ। ਅੱਛਾ ਵੈਸੇ ਜਦ ਦਾ ਤੁਹਾਡਾ ਵਿਆਹ ਹੋਇਆ ਮੈਨੂੰ ਲੱਗਦਾ ਕਿ ਤੁਸੀਂ ਕਾਫੀ ਬਿਜ਼ੀ ਹੋ, ਤੇ ਭਾਬੀ ਨੂੰ ਘੁਮਾਇਆ ਹਜੇ ਕਿ ਕਿਤੇ ਨਹੀਂ? ਦੁਬਈ ਗਏ ਸੀ ਘੁੰਮਣ। ਤੇ ਹੁਣ ਅੱਗੇ ਕੋਈ ਪਲਾਨ ਹੈਗਾ? ਕਿਉਂਕਿ ਦੇਖੋ ਅੱਜ ਕੱਲ ਸਾਰੇ ਮਨਾਲੀ, ਕੋਈ ਕੁਫਰੀ ਜਾ ਰਿਹਾ, ਲੇਹ ਲਦਾਖ ਜਾ ਰਿਹਾ, ਸਨੋਫਾਲ ਦੇਖ ਰਹੇ, ਤੇ ਭਾਬੀ ਨੇ ਨਹੀਂ ਡਿਮਾਂਡ ਕੀਤੀ ਕਿ ਮੈਂ ਬਰਫ਼ ਦੇਖਣੀ? ਉਹ ਗਾਣਾ ਨਹੀਂ ਗਾਇਆ ਮੈਨੂੰ ਲੈ ਜਾਵੇ ਜਿੱਥੇ ਪੈਂਦੀ ਹੈ ਸਨੋ ਵੇ? ਨਹੀਂ ਆਪਾਂ ਇੱਕ ਨਾ ਬੜਾ ਦੇਖੋ ਹੁਣ ਮਨਾਲੀ ਸ਼ਿਮਲਾ ਤੇ ਨਹੀਂ ਜਾ ਸਕਦੇ ਬਿਕੋਜ਼ ਉੱਥੇ ਬੜੀ ਸਾਰੀ ਪ੍ਰੋਬਲਮਸ ਵੀ ਹੋ ਰਹੀਆਂ, ਸਨੋਫਾਲ ਹੋਈਆਂ। ਤੇ ਮੈਂ ਰਾਤੀ ਲੈਂਡ ਸਲਾਈਡਿੰਗ ਹੋ ਰਹੀ, ਮੈਂ ਰਾਤੀ ਨਾ ਇੱਕ ਬੜਾ ਵਧੀਆ ਤਰੀਕਾ ਸੋਚਿਆ। ਤੇ ਕਹਿੰਦੇ ਜੀ ਜੇ ਮੈਨੂੰ ਜੇ ਪੁੱਛਿਆ ਉਹਨੇ ਕਿ ਸਨੋਫਾਲ ਹੋਣੀ ਹੈ, ਤੇ ਮੈਂ ਕਿਹਾ ਤੈਨੂੰ ਮੈਂ ਸਨੋਫਾਲ 5 ਮਿੰਟਾਂ ਹੀ ਦਿਖਾ ਦਾਂਗਾ। ਪੁੱਛੇਗੀ ਕਿਵੇਂ? ਅੱਖਾਂ ਮੈਂ ਕਿਹਾ ਕਰ ਬੰਦ, ਆਪਾਂ 2 ਸਨੋ ਸਪਰੇ ਲਿਆਣੇ ਆ, ਠਾ ਕਰਕੇ ਉਹਦੀ 2 ਫੋਟੋਆਂ ਖਿੱਚ ਦੇਣੀਆਂ, ਸੋਸ਼ਲ ਮੀਡੀਆ ਤੇ ਪਾ ਦੇਣੀਆਂ, ਚਲੋ ਜੀ ਹੋ ਗਈ ਸਨੋਫਾਲ। ਅੱਛਾ ਵੈਸੇ ਉਹ ਵੀ ਇੰਨੇ ਮਜ਼ਾਕੀਆ, ਇੰਨਾ ਹੀ ਜੋਲੀ ਨੇ ਕਿ ਉਹ ਥੋੜੇ, ਕਿਉਂਕਿ ਆਪੋਜ਼ਿਟਸ ਅਟਰੈਕਟ ਆ, ਉਹ ਥੋੜੇ ਆਪੋਜ਼ਿਟ ਨੇ ਕਿ ਇਦਾਂ ਦੇ ਤੁਹਾਡੇ? ਉਹ ਇੰਨੀ ਮਜ਼ਾਕੀਆ ਨਹੀਂ ਹੈ, ਬਟ ਸ਼ੀ ਇਜ਼ ਫਨ ਲਵਿੰਗ, ਸ਼ੀ ਇਜ਼ ਹੈਪੀ ਗੋ ਲੱਕੀ, ਜੋਲੀ। ਬਿਕੋਜ਼ ਦੇਖੋ ਆਈ ਫੀਲ 2 ਬੰਦਿਆਂ ਦਾ ਸੁਭਾਅ ਬਹੁਤ ਜ਼ਿਆਦਾ ਤਾਂ ਨਹੀਂ ਮਿਲ ਸਕਦਾ, ਬਟ ਜੇ ਤੁਹਾਡਾ 25-30% ਮਿਲ ਜਾਂਦਾ ਹੈ, ਦੈਟ ਇਜ਼ ਸਫੀਸ਼ੀਐਂਟ। ਬਿਕੋਜ਼ ਉਹ ਥੋੜ੍ਹਾ ਜਿਹਾ ਆਪੋਜ਼ਿਟ ਹੋਣਾ ਵੀ ਚਾਹੀਦਾ ਹੈ। ਜੇ ਦੋਨੋਂ ਹੀ ਬੰਦੇ ਖੱਪ ਆਉਣਗੇ ਤੇ ਖੱਪ ਨੂੰ ਰੋਕੂਗਾ ਕੌਣ, ਖੱਪ ਨੂੰ ਟੋਕੂਗਾ ਕੌਣ? ਅੱਛਾ ਵੈਸੇ ਤੁਸੀਂ ਕਿੰਨੀ ਕੁ ਤਿਆਰੀ ਕਰਕੇ ਆਏ ਸੀ ਅੱਜ? ਕਿਉਂਕਿ ਤਾਂ ਹੀ ਫਿਰ ਮੈਂ ਅਗਲੀ ਡਿਮਾਂਡ ਰੱਖਾਂ, ਕਿਉਂਕਿ ਅਗਲੀ ਡਿਮਾਂਡ ਮੇਰੀ ਹੈ ਕਿ ਅਸੀਂ ਗਾਣਾ ਸੁਣ ਲਿਆ ਤੇ ਤੁਹਾਡੇ ਆਡੀਸ਼ਨਸ ਇੰਨੀ ਅਸੀਂ ਗੱਲ ਕਰ ਰਹੇ ਹਾਂ, ਇੱਕ ਅੱਧਾ ਕੁਝ ਆਪਾਂ ਦੇਖ ਸਕਦੇ ਹਾਂ, ਕੋਈ ਡਾਇਲੋਗ ਜਾਂ ਕੁਝ ਐਵੇਂ ਜਿਹੜਾ ਤੁਸੀਂ, ਤੁਹਾਡਾ ਪੈਟ ਹੋਵੇ, ਜਾਂ ਜਦੋਂ ਬਾਲ ਸਭਾ ਵੀ ਹੁੰਦੀ ਸੀਗੀ ਸਕੂਲਾਂ ਕਾਲਜਿਸ, ਜਾਂ ਅਸੀਂ ਵੀ, ਜਾਂ ਫਿਰ ਜਦੋਂ ਪੇਰੈਂਟਸ ਇਕੱਠੇ ਬੈਠੇ ਹੁੰਦੇ ਨੇ, ਰਿਸ਼ਤੇਦਾਰ ਆਏ ਹੁੰਦੇ ਨੇ, ਪੇਰੈਂਟਸ ਜਵਾਕ ਨੂੰ ਕਹਿੰਦੇ ਨੇ ਕਿ ਉਹ ਬੱਚੇ ਤੂੰ ਉਹ ਕਰਦੇ, ਤੁਹਾਨੂੰ ਵੀ ਪੇਰੈਂਟਸ ਕਦੀ ਕਹਿੰਦੇ ਨੇ ਆਹ ਡਾਇਲੋਗ ਬੋਲਦੇ, ਤਾਂ ਤੁਸੀਂ ਆਪਣੇ ਦੋਸਤਾਂ 'ਚ ਕਦੀ ਕੁਝ ਪਰਫਾਰਮ ਕਰਦੇ ਹੋ? ਅਸੀਂ ਕੁਝ ਦੇਖਣਾ। ਇੱਕ ਵਾਰ ਨਾ ਛੋਟੇ ਹੁੰਦਿਆਂ ਇੱਕ ਲਾਈਨ ਬੋਲੀ ਸੀ, ਬਹੁਤ ਛੋਟਾ ਜਿਹਾ ਸੀਗਾ ਮੈਂ, ਉਹ ਲਾਈਨ ਬੜੀ ਫੇਮਸ ਹੋਈ ਸੀ। ਸ਼ੋਲੇ ਫਿਲਮ ਦਾ ਡਾਇਲੌਗ ਸੀਗਾ, ਤੇ ਮਤਲਬ ਮੈਂ ਆਈ ਥਿੰਕ 7-8 ਸਾਲ ਦਾ ਹੋਣਾ, ਤੇ ਮੈਂ ਪਟਕਾ ਬੰਨਿਆ ਹੋਇਆ ਸੀ, ਤੇ ਅੱਡੀ ਮੋਟੀ ਮੁੱਛਾਂ ਲਾਈਆਂ ਸੀ, ਤੇ ਹੱਥ 'ਚ ਬੰਦੂਕ ਫੜੀ ਸੀ, ਤੇ ਕੋਈ ਟਾਈਨੀ ਟਾਰਚ ਦੇ ਵਿੱਚ ਹੁੰਦਾ ਸੀ, ਉਦੋਂ ਪਰਫਾਰਮੈਂਸ ਦਿੱਤੀ ਸੀ। ਉਦੋਂ ਮੈਂ ਪਤਾ ਨਹੀਂ ਕੁਝ ਕੀ ਲਾਈਨ ਬੋਲੀ ਸੀ, अरे ओ सांभा कितने आदमी थे? सरकार 2 ही आदमी थे। वो 2 और तुम 4, फिर भी खाली हाथ आ गए। बहुत नाइंसाफी है, बहुत ज्यादा नाइंसाफी है। ये छोटे ਹੁੰਦੇ ਪਰਫਾਰਮ ਕੀਤਾ ਸੀਗਾ ਮੈਂ। ਵੈਰੀ ਨਾਈਸ। ਸੋ ਕਮਲ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਜਾਂਦੇ ਮੇਰੇ ਬਸ ਆਖਰੀ ਸਵਾਲ ਇਹ ਹੋਏਗਾ ਕਿ ਜ਼ਿੰਦਗੀ ਦੇ ਵਿੱਚ ਨਾ ਸਾਰੇ ਸਾਨੂੰ ਪਿਆਰ ਕਰਨ, ਇੱਦਾਂ ਨਹੀਂ ਹੁੰਦਾ। ਬਹੁਤ ਵਾਰੀ ਇੱਦਾਂ ਹੁੰਦਾ ਸੀਗਾ ਕਿ ਮੈਂ ਵੀ ਨਾ ਬੜੀ ਡਿਸਹਾਰਟ ਹੋ ਜਾਂਦੀ ਸੀ, ਮੈਂ ਵੀ ਬੜਾ ਸੋਚਣਾ ਕਿ ਯਾਰ ਮੈਂ ਤਾਂ ਉਹਦਾ ਇੰਨਾ ਚੰਗਾ ਕੀਤਾ, ਮੇਰੇ ਨਾਲ ਉਹਨੇ ਇੱਦਾਂ ਕਿਉਂ ਕੀਤਾ। ਫਿਰ ਮੈਂ ਆਪਣੇ ਦਿਮਾਗ 'ਚ ਇਹ ਸਮਝਾ ਲਿਆ ਕਿ ਅਸੀਂ ਸਾਰਿਆਂ ਨੂੰ ਚੰਗੇ ਨਹੀਂ ਲੱਗ ਸਕਦੇ। ਜਿੱਦਾਂ ਮੇਰੀ ਕੁਝ ਚੋਇਸਿਸ ਹੈ ਲੋਕਾਂ ਨੂੰ ਲੈ ਕੇ, ਉੱਦਾਂ ਉਹਨਾਂ ਦੀ ਵੀ ਕੁਝ ਚੋਇਸਿਸ ਹੈ ਨਾ। ਸੋ ਤੁਹਾਨੂੰ ਵੀ ਸਾਰੇ ਸ਼ਾਇਦ ਨਹੀਂ ਪਸੰਦ ਕਰਦੇ ਹੋਣਗੇ, ਸੋ ਕੁਝ ਐਸੇ ਲੋਕ ਮਿਲੇ ਜਿਨ੍ਹਾਂ ਨੇ ਪਿੱਛੇ ਖਿੱਚਣ ਦੀ ਕੋਸ਼ਿਸ਼ ਕੀਤੀ ਹੋਵੇ? ਮਤਲਬ ਸਾਰੇ ਮਿਲੇ ਹੀ ਇੱਦਾਂ ਦੇ ਹੈ, ਮਤਲਬ ਮੈਜੋਰਿਟੀ। ਬਿਕੋਜ਼ ਦੇਖੋ ਹਰ ਬੰਦਾ ਲਾਈਫ ਦੇ ਵਿੱਚ, ਔਰ ਜਿਹੜੀ ਸਾਡੀ ਇੰਡਸਟਰੀ ਹੈਗੀ ਹੈ ਉਹਦੇ ਵਿੱਚ 95% ਪੀਪਲ ਆਰ ਨਾਟ ਯੋਰ ਵੈਲ ਵਿਸ਼ਰਸ। ਮਤਲਬ ਉਹਨਾਂ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਹੈ ਕਿ ਯਾਰ ਜੇ ਇਹ ਅੱਗੇ ਚਲਾ ਗਿਆ ਜਾਂ ਇਹ ਅੱਗੇ ਚਲੀ ਗਈ ਤਾਂ ਅਸੀਂ ਰਹਿ ਜਾਵਾਂਗੇ, ਔਰ ਜਦ ਕਿ ਐਵੇਂ ਹੁੰਦਾ ਨਹੀਂ ਹੈ। ਮੇਰੇ ਹੱਕ ਦਾ ਮੈਂ ਹੀ ਖਾਵਾਂਗਾ, ਤੁਹਾਡੇ ਹੱਕ ਦਾ ਤੁਸੀਂ ਖਾਓਗੇ। ਉਹ ਕੰਪੀਟੀਸ਼ਨ ਸਾਡੇ ਅੰਦਰ ਹੈ, ਸਾਡੇ ਬਾਹਰ ਨਹੀਂ ਹੈ, ਬਟ ਉਹ ਅੰਦਰ ਇੰਨਾ ਜ਼ਿਆਦਾ ਕੰਪੀਟੀਸ਼ਨ ਬਣ ਗਿਆ ਕਿ ਐਵਰੀਬਡੀ ਇਜ਼ ਸੋ ਸਕੈਰਡ, ਐਵਰੀਬਡੀ ਇਜ਼, ਮਤਲਬ ਕੋਈ ਕਿਸੇ ਨੂੰ ਕੰਮ ਦਵਾ ਕੇ ਰਾਜੀ ਨਹੀਂ ਹੈ। ਇਹ ਹੁੰਦਾ ਔਰ ਐਵੇਂ ਰਿਐਲਿਟੀ 'ਚ ਐਵੇਂ ਨਹੀਂ ਹੈ। ਜੇ ਕੋਈ ਰੋਲ ਤੁਸੀਂ ਕਰੋਗੇ, ਮੈਂ ਲੱਖ ਕੋਸ਼ਿਸ਼ ਕਰ ਲਾਂ, ਉਹ ਮੈਂ ਨਹੀਂ ਕਰ ਸਕਦਾ। ਜੇ ਕੋਈ ਰੋਲ ਮੇਰੇ ਲਈ ਲਿਖਿਆ ਗਿਆ ਹੈ, ਉਹ ਮੈਂ ਹੀ ਕਰਾਂਗਾ, ਉਹ ਮੇਰੀ ਝੋਲੀ 'ਚ ਗਿਰਨਾ। ਇਹ ਲੋਕਾਂ ਨੂੰ ਨਹੀਂ ਸਮਝ ਆਉਂਦੀ, ਐਂਡ ਆਈ ਡੋਨਟ ਨੋ ਵਾਈ। ਸੋ ਥੈਂਕ ਯੂ ਸੋ ਮਚ ਕਮਲ ਜੀ। ਇੱਕ ਗੱਲ ਹੋਰ, ਅਸੀਂ ਵੀ ਹੈਵ ਆਲਸੋ ਮੇਡ ਅਨਦਰ ਸੌਂਗ। ਇਹ ਆਪਾਂ ਗਾਣਾ ਸਾਰੇ ਸ਼ਰਾਬੀਆਂ ਵਾਸਤੇ ਤੇ ਸਾਰੇ ਪੰਜਾਬੀਆਂ ਵਾਸਤੇ ਬਣਾਇਆ। ਹਾਂਜੀ ਠੀਕ ਹੈ ਜੀ। ਤੇ ਇਹ ਮਤਲਬ ਇਟ ਇਜ਼ ਅ ਪੈਗਿਜ਼ਮ ਵਾਲਾ ਸੌਂਗ, ਦਾਰੂ ਵਾਲਾ ਗਾਣਾ, ਕਿਉਂਕਿ ਜਿੰਨੇ ਵੀ ਪੰਜਾਬੀ ਹੈ, ਜਿੰਨੇ ਵੀ ਦੇਸ਼ ਵਿਦੇਸ਼ ਪੰਜਾਬੀ ਬੈਠੇ ਹੈ, ਉਹ ਦਾਰੂ ਦੇ ਬਹੁਤ ਫੌਂਡ ਹੈ, ਦਾਰੂ ਦੇ ਬਹੁਤ ਸ਼ੌਕੀਨ ਹੈਗੇ ਹੈ। ਤੇ ਮਤਲਬ ਇਹ ਇਨਸਪੀਰੇਸ਼ਨ ਮੈਨੂੰ ਮਿਲੀ ਹੈ ਸ਼ਹਿਰੀ ਬਾਈ ਤੋਂ, ਸ਼ਹਿਰੀ ਮਾਨ ਭਾਈ ਤੋਂ ਇਨਸਪੀਰੇਸ਼ਨ ਲਈ ਹੈ ਮੈਂ। ਤੇ ਮੈਨੂੰ ਉਮੀਦ ਹੈ ਕਿ ਇਹ ਗਾਣਾ ਤੁਹਾਨੂੰ ਬਹੁਤ ਪਸੰਦ ਆਏਗਾ, ਤੇ ਇਹ ਵੀ ਗਾਣਾ ਬਹੁਤ ਜਲਦੀ ਰਿਲੀਜ਼ ਕਰ ਦੇਣਾ ਆਪਾਂ। ਤੇ ਗਾਣੇ ਦੇ 2 ਬੋਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਗਾਣਾ ਆਡੀਓ ਪਲੇਟਫਾਰਮ 'ਤੇ ਆਲਰੇਡੀ ਆ ਚੁੱਕਿਆ ਹੈ, ਠੀਕ ਹੈ, ਵੀਡੀਓ ਆਉਣ ਵਾਲਾ ਹੈ।
ਹੋ ਨਾ ਹੀ ਥੱਟੀ ਵਾਲਾ ਪੀਂਦਾ ਨਾ ਹੀ 60 ਪਾ ਦਿਓ ਪਾਰਟੀ ਦੇ ਵਿੱਚ ਗੱਲ ਸਿਰੇ ਲਾ ਦਿਓ ਪਾਰਟੀ ਦੇ ਵਿੱਚ ਗੱਲ ਸਿਰੇ ਲਾ ਦਿਓ ਨਾ ਹੀ ਥੱਟੀ ਵਾਲਾ ਪੀਂਦਾ ਨਾ ਹੀ 60 ਪਾ ਦਿਓ ਪਾਰਟੀ ਦੇ ਵਿੱਚ ਗੱਲ ਸਿਰੇ ਲਾ ਦਿਓ ਮੈਂ ਨਹੀਂ ਸਿਪ ਸਿਪ ਪੀਂਦਾ ਜੱਟ ਖੁੱਲ ਕੇ ਆ ਜਿੰਦਾ ਸਿਪ ਸਿਪ ਪੀਂਦਾ ਜੱਟ ਖੁੱਲ ਕੇ ਆ ਜਿੰਦਾ ਹੋ ਨਾ ਹੀ ਕਰਦਾ ਫਿਕਰ ਕਿਸੇ ਵੀ ਗੱਲ ਦਾ ਹੋ ਮਿੱਤਰਾਂ ਦਾ ਵਸ ਵੱਡੇ ਵਾਲਾ ਵੇਗ ਚੱਲਦਾ ਮਿੱਤਰਾਂ ਦਾ ਵਸ ਵੱਡੇ ਵਾਲਾ ਵੇਗ ਚੱਲਦਾ ਮਿੱਤਰਾਂ ਦਾ ਵਸ ਵੱਡੇ ਵਾਲਾ ਵੇਗ ਚੱਲਦਾ ਵਾਹ ਜੀ ਵਾਹ ਕਮਲ ਜੀ ਬਹੁਤ ਹੀ ਕੱਲ ਵੀ ਸਾਡੀ ਫੋਨ ਤੇ ਗੱਲ ਹੋਈ ਸੀ ਤਾਂ ਵੀਰੇ ਨੇ ਮੈਨੂੰ ਪੁੱਛਿਆ ਕਿ ਕਿਹੋ ਜਿਹੀ ਇੰਟਰਵਿਊ ਕਰਨੀ ਹੈ ਮੈਂ ਕਿਹਾ ਵੀ ਥੋੜੀ ਜੌਲੀ ਜੀ ਰੱਖਾਂਗੇ ਪੈਪੀ ਜੀ ਰੱਖਾਂਗੇ ਜਿੱਦਾਂ ਦਾ ਤੁਹਾਡਾ ਸੁਭਾਅ ਹੈ ਤੇ ਵਿੱਚ ਵਿੱਚ ਨਾ ਕੋਈ ਸੀਰੀਅਸ ਗੱਲਾਂ ਵੀ ਕਰਾਂਗੇ ਥੋੜੀ ਮਤਲਬ ਚੱਕਵੀਆਂ ਜਿਹਾ ਪਰ ਮੇਰਾ ਸੱਚੀ ਹੀ ਦਿਲ ਨਹੀਂ ਕੀਤਾ ਕਿ ਮੈਂ ਇਸ ਇੰਟਰਵਿਊ ਨੂੰ ਥੋੜਾ ਸੀਰੀਅਸ ਵਾਲੇ ਪਾਸੇ ਲੈ ਕੇ ਸੀਰੀਅਸ ਗੱਲ ਤਾਂ ਹੋ ਸੋ ਵੀਰੇ ਏਦਾਂ ਹੀ ਹੱਸਦੇ ਰਹੋ ਖੁਸ਼ ਰਹੋ ਹੈ ਨਾ ਮੁਸਕਰਾਉਂਦੇ ਰਹੋ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਸੋ ਇਹ ਸੀ ਜੀ ਮੇਰੇ ਨਾਲ ਕਮਲਪ੍ਰੀਤ ਸਿੰਘ ਜੀ ਜਿੱਦਾਂ ਦਾ ਉਹਨਾਂ ਦਾ ਸੁਭਾਅ ਹੈ ਮੈਨੂੰ ਲੱਗਦਾ ਦਿਲੋਂ ਦੁਆਵਾਂ ਹੀ ਨਿਕਲਦੀਆਂ ਨੇ ਕਿ ਉਹ ਏਦਾਂ ਹੀ ਖੁਸ਼ ਰਹਿਣ ਹੱਸਦੇ ਰਹਿਣ ਤੇ ਉਹਨਾਂ ਨੂੰ ਅੱਗੇ ਵੀ ਵਧੀਆ ਕੰਮ ਮਿਲਦਾ ਰਹੇ ਵਧੀਆ ਵਧੀਆ ਸੀਰੀਅਲਸ ਵਧੀਆ ਵਧੀਆ ਫਿਲਮਸ ਮਿਲਦੀਆਂ ਰਹਿਣ ਕਿੱਦਾਂ ਦੀ ਲੱਗੀ ਉਹਨਾਂ ਦੀ ਸੁਭਾਅ ਕਿੱਦਾਂ ਦੀ ਲੱਗੀ ਇੰਟਰਵਿਊ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਸਤਿ ਸ਼੍ਰੀ ਅਕਾਲ